सिख यूथ एडमिंटन ने कोरोना दौरान निष्काम लंगरां की सेवा की है। संस्था के स्वै सेवी सेवकों का एक विशेष प्रोग्राम आयोजित करके धन्यवाद किया गया। इस मौके सरदार गुलजार सिंह ने दस्सिया है कि सिख यूथ एडमिंटन सन 2010 तो समाज सेवा के कार्य करता आ रहा है और संस्था वालों लंबे समय तो लोड़वंदां तक लंगर और रसद भी पहुँचाया जा रहा है। इत्थों की फैडरल सरकार वालों भी सिख यूथ एडमिंटन को इस सेवा लिए $1 लाख की सहायता भी दी गई है। पेश है साडी एक खास रिपोर्ट। देशां विदेशां विच वसदा सिख भाईचारा हमेशा ही लोड़वंदां दी सेवा लई निरंतर मैदान विच रहिंदा है। इस लड़ी तहत सिख यूथ एडमिंटन ने भी कोरोना संकट दौरान निष्काम लंगरां दी सेवा की। सिख यूथ एडमिंटन दे स्वै सेवी सेवकां दा एक विशेष प्रोग्राम आयोजित करके धन्यवाद किया गया। इस खास मौके ते बोलदियां सरदार गुलजार सिंह ने दस्सिया कि सिख यूथ एडमिंटन सन 2010 तो समाज सेवा के कार्य करता आ रहा है। संस्था वालों निरंतर ही लोड़वंदां की मदद की जाती है ਅਤੇ लंबे समय तो लोड़वंदां तक लंगर ਅਤੇ रसदां पहुंचाईयां ਜਾਂਦੀਆਂ ਨੇ। ਹੁਣ ਜਦੋਂ कोरोना ਦਾ संकट है, इस दौरान भी सिख यूथ एडमिंटन ਵੱਲੋਂ उस समय सेवा की गई ਜਦੋਂ लोग अपने सगे संबंधियों ਨੂੰ भी ਛੱਡ ਕੇ ਭੱਜ ਰਹੇ ਸਨ। संस्था ਦੇ ਆਗੂਆਂ ਨੇ ਦੱਸਿਆ ਕਿ ਫੈਡਰਲ ਸਰਕਾਰ ਨੇ ਵੀ ਸਿਖ यूथ एडमिंटन ਨੂੰ ਇਸ सेवा ਦੇ ਲਈ $1 ਲੱਖ ਦੀ ਸਹਾਇਤਾ ਦਿੱਤੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਕਿਸ ਸੰਬੰਧ ਵਿੱਚ ਇਕੱਠੇ ਹੋਏ ਹਾਂ। ਇਹ ਇੱਕ ਉਹੋ ਜਿਹਾ ਸੰਬੰਧ ਹੈ ਜਿਹਦੀ ਸਿੱਖ ਯੂਥ ਐਡਮਿੰਟਨ ਦੀ ਧਰਤੀ ਤੇ ਕੀ ਨਵੀਂ ਪਿਰਤ ਪਾਉਣ ਜਾ ਰਿਹਾ। ਸੰਗਤ ਜੀ, ਜਿਹੜੀ ਸੇਵਾ कोविड-19 ਦੇ ਦੌਰਾਨ ਚੱਲੀ ਆ, ਉਸ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਬੂਰ ਪਾਇਆ। ਮੇਰਾ ਕਹਿਣ ਤੋਂ ਭਾਵ ਕਿ ਜਿੱਥੇ ਆਪਾਂ ਸੇਵਾ ਕਰਨ ਤੋਂ ਪਹਿਲਾਂ ਮਾਇਆ ਨੂੰ ਦੇਖਦੇ ਸੀ ਵੀ ਕਿਹੜਾ ਸਾਡਾ ਵੀਰ ਦਊਗਾ ਤੇ ਸੇਵਾ ਆਰੰਭਾਂਗੇ, पर मेरे कोल कोई शब्द नहीं कि गुरु दियां संगतां ने बहुत माया दिती। स्टिल हजे भी गराज विच अपने कोल समान पिया, पर तुहाडी सेवा नूं देखदे होए गौरमेंट ने ग्रांट दिती आ। ग्रांटां शायद होर भी अपने शहर विच मिलियां पर किसी ने दस्सिया नहीं। पर सिख यूथ एडमिंटन नूं जिस दिन ही ईमेल आई आ, तकरीबन ਜਿਹੜੇ ਸੇਵਾਦਾਰ ਵੀਰ ਸਨ ਉਹਨਾਂ ਨੂੰ ਨੈਕਸਟ ਡੇ ਸਵੇਰ ਨੂੰ ਹੀ ਦੱਸ ਦਿੱਤਾ ਵੀ ਵੀਰੋ ਆ ਇੱਕ ਆਪਾਂ ਨੂੰ ਈਮੇਲ ਆਈ ਆ। ਤੇ ਮੈਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ। ਮੈਨੂੰ ਨਾਂ ਲੈਣ ਤੋਂ ਉਹਨਾਂ ਵੀਰ ਜੀ ਉਹਨਾਂ ਨੇ ਰੋਕਿਆ ਸੀ, ਪਰ ਜੇ ਅਸੀਂ ਦੱਸਾਂਗੇ ਨਹੀਂ ਤਾਂ ਪਤਾ ਵੀ ਕਿਵੇਂ ਲੱਗੇਗਾ। ਮੇਰੇ ਵੀਰ ਦੀਪਕ ਜੀ, ਜਿਨ੍ਹਾਂ ਦਾ ਸਭ ਤੋਂ ਪਹਿਲਾਂ ਮੈਨੂੰ ਫੋਨ ਆਇਆ ਵੀ ਆਪਾਂ ਕੋਈ ਅਪਲਾਈ ਕੀਤੀ ਆ। ਮੈਂ ਕਿਹਾ ਵੀਰ ਜੀ ਸਾਡਾ ਤਾਂ ਮਨੋਰਥ ਹੀ ਨਹੀਂ ਇਹ, ਅਸੀਂ ਹਮੇਸ਼ਾ ਸੰਗਤ ਦੀ ਸਹਾਇਤਾ ਦੇ ਨਾਲ ਜਿਹੜਾ ਵੀ ਕੰਮ ਕਾਰਜ ਆਰੰਭਦੇ ਆ ਉਹ ਸੰਗਤ ਦੀ ਸਹਾਇਤਾ ਦੇ ਨਾਲ ਹੀ ਹੁੰਦਾ। ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਪੜਾਅ ਤੱਕ ਪਹੁੰਚਿਆ ਤੇ ਮੈਂ ਉਹ ਤੁਹਾਨੂੰ ਵੇਰਵਾ ਦੱਸ ਦਿੰਦਾ ਕਿ ਜਿਹੜੀ ਪਹਿਲੀ ਆਪਾਂ ਨੂੰ ਉਹਨਾਂ ਨੇ ਗ੍ਰਾਂਟ ਇਸ਼ੂ ਕੀਤੀ ਆ ਉਹ ਹੈਗੇ ਆ $69,962 ਤੇ 40 ਸੈਂਟ। ਤੇ ਦੂਜੀਆਂ ਦੋ ਪੇਮੈਂਟਾਂ ਉਹਨਾਂ ਨੇ ਹੋਰ ਬਣਾਈਆਂ, ਉਹ ਹੈਗੀਆਂ $9,995 ਤੇ 30 ਸੈਂਟ। ਤੇ ਜਿਹੜੀ ਤੀਜੀ ਵੀ ਆ ਉਹ ਵੀ ਸੇਮ ਆ $9,995 30 ਸੈਂਟ। ਜਦ ਕਿ ਆਪਣਾ ਅੱਜ ਦਾ ਮਿਸ਼ਨ ਇਹੀ ਸੀਗਾ ਵੀ ਆਪਾਂ ਸੰਗਤਾਂ ਨੂੰ ਪਹਿਲੀ 79 ਨਹੀਂ ਉਹ ਸੌਰੀ ਜੀ 79,000 ਆ ਜੀ। ਇਸ ਕਰਕੇ $46 ਘੱਟ 1 ਲੱਖ ਦੀ ਗ੍ਰਾਂਟ ਆਪਾਂ ਨੂੰ ਜਿਹੜੀ ਗੌਰਮੈਂਟ ਨੇ ਆ ਉਹ ਉਹਨਾਂ ਦੇ ਪੇਪਰ ਆ ਗਏ ਆ ਤੇ 2-4 ਦਿਨਾਂ ਦੇ ਵਿੱਚ ਸ਼ਾਇਦ ਉਹ ਆਪਣੇ ਅਕਾਊਂਟ ਵਿੱਚ ਆ ਜਾਊਗੀ। ਤੇ ਇਸ ਦੇ ਨਾਲ ਹੀ ਮੈਂ ਵੀਰ ਗੁਲਜ਼ਾਰ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਆ ਕੇ ਸੰਗਤਾਂ ਨੂੰ 2 ਸ਼ਬਦ ਕਹਿਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਮਾਣ ਤੇ ਸਤਿਕਾਰਯੋਗ ਸਿੱਖ ਯੂਥ ਐਡਮਿੰਟਨ ਦੀ ਜੁਝਾਰੂ ਲੀਡਰਸ਼ਿਪ ਅਤੇ ਮੇਰੇ ਸਤਿਕਾਰਯੋਗ ਵੀਰੋ, ਕਿਹਦਾ ਨਾਂ ਲਵਾਂ, ਸਾਰੇ ਹੀ ਇੱਕ ਦੂਜੇ ਤੋਂ ਵੱਧ ਸਾਰਿਆਂ ਨੇ ਸੇਵਾ ਕੀਤੀ। ਬੜੇ ਸਿਰੜ ਨਾਲ, ਬੜੇ ਉਦਮ ਨਾਲ, ਨਿਸ਼ਕਾਮ ਹੋ ਕੇ ਸਾਰਿਆਂ ਨੇ ਸੇਵਾ ਕੀਤੀ ਹੈ। ਅੱਜ ਆਪਾਂ ਇੱਥੇ ਅਸੀਂ ਸਾਰਿਆਂ ਦਾ ਤੁਹਾਡਾ ਧੰਨਵਾਦ ਵੀ ਕਰਨਾ ਹੈ। ਆਪਾਂ ਸਾਰਿਆਂ ਨੇ ਪਹਿਲਾਂ ਰਲ ਕੇ ਗੁਰੂ ਦੀ ਬਖਸ਼ੀ ਹੋਈ ਫਤਿਹ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰਿਆਂ ਨੇ ਜਿਸ ਤਰੀਕੇ ਨਾਲ ਨਿਸ਼ਕਾਮ ਹੋ ਕੇ, ਜੇ ਕਿਸੇ ਨੂੰ ਅਸੀਂ ਬੋਲਣ ਨੂੰ ਬੇਨਤੀ ਕਰਨੀ, ਤੁਸੀਂ ਸਟੇਜ ਤੇ ਬੋਲੋ, ਆਪਣੇ ਵਿਚਾਰ ਰੱਖੋ, ਤਾਂ ਨਾ ਕਿਸੇ ਨੇ ਬੋਲਣਾ। ਜੇ ਕਿਸੇ ਨੂੰ ਕਹਿਣਾ ਵੀ ਤੁਹਾਡਾ ਅਸੀਂ ਮੈਂ ਕਾਫੀ ਲਾਈਵ ਹੁੰਦਾ ਰਿਹਾ, ਕਿਉਂਕਿ ਮੈਨੂੰ ਐਂ ਸੀ ਵੀ ਵੱਧ ਤੋਂ ਵੱਧ ਲੋਕਾਂ ਤੱਕ ਗੱਲ ਜਾਵੇ, ਸੰਗਤਾਂ ਤੱਕ ਜਾਂ ਦੇਸ਼ ਵਿਦੇਸ਼ਾਂ ਤੱਕ। ਜਿਹੜਾ ਸਿੱਖ ਯੂਥ ਐਡਮਿੰਟਨ ਨੇ ਇਹ ਤਹਈਆ ਕੀਤਾ ਸੀਗਾ, ਸੇਵਾ ਦਾ ਉਪਰਾਲਾ ਕੀਤਾ ਸੀ, ਵੀ ਇਹ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ। ਅਤੇ ਜੇ ਕਿਸੇ ਨੂੰ ਗੱਲ ਕਰਨੀ, ਹਰੇਕ ਨੇ ਕਹਿਣਾ ਮੇਰੀ ਫੋਟੋ ਨਾ ਲਓ, ਮੈਨੂੰ ਕੈਮਰੇ ਅੱਗੇ ਨਾ ਕਰੋ। ਅਤੇ ਬਹੁਤ ਵੱਡਾ ਜਜ਼ਬਾ ਹੈ। ਸਲਾਮ ਹੈ ਤੁਹਾਡੇ, ਕੇਸਰੀ ਸਲਾਮ ਹੈ ਤੁਹਾਡੇ ਜਜ਼ਬੇ ਨੂੰ। ਤੁਹਾਡਾ ਬਹੁਤ ਬਹੁਤ ਰਿਣੀ ਆ ਅਸੀਂ। ਸਮੁੱਚੀ ਲੀਡਰਸ਼ਿਪ ਮਹਿਸੂਸ ਕਰਦੀ ਹੈ, ਜੇ ਤੁਹਾਡੇ ਵਰਗੇ ਯੋਧੇ ਨਾਲ ਹੋਣ ਤਾਂ ਕੋਈ ਵੀ ਮੁਹਿੰਮ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਉਹ ਕਿਸੇ ਵੀ ਅੰਜਾਮ ਤੱਕ ਪਹੁੰਚਾਈ ਜਾ ਸਕਦੀ ਹੈ, ਜੇ ਤੁਹਾਡੇ ਵਰਗੀਆਂ ਬਾਹਾਂ ਨਾਲ ਹੋਣ। ਬਹੁਤ ਖੁਸ਼ੀ ਦੀ ਗੱਲ ਹੈ ਮੈਨੂੰ, ਜਿੱਦਣ ਮਨਜ਼ੂਰ ਹੋਈ ਗ੍ਰਾਂਟ ਉਸੇ ਦਿਨ ਢੇਸੀ ਸਾਹਿਬ ਦਾ ਫੋਨ ਆਇਆ, ਮੇਰੇ ਸਤਿਕਾਰਯੋਗ ਵੀਰ ਨੇ, ਇਹਨਾਂ ਨੇ ਦੱਸਿਆ ਕਿ ਅਲਬਰਟਾ ਸਰਕਾਰ ਨੇ ਆਪਾਂ ਨੂੰ ਗ੍ਰਾਂਟ ਦਿੱਤੀ। ਉਹ ਚਲੋ ਜੀ, ਇਹ ਗ੍ਰਾਂਟ ਦਾ ਆਪਾਂ ਨੂੰ ਇਹ ਫਾਇਦਾ ਹੁੰਦਾ, ਵੈਸੇ ਤਾਂ ਗੁਰੂ ਕੇ ਲੰਗਰ ਨੇ, ਇਹ ਆਪਣੇ ਆਪੇ ਚੱਲੀ ਜਾਂਦੇ ਨੇ, ਆਪਣੇ ਆਪੇ ਮਾਇਆ ਆਈ ਜਾਂਦੀ ਹੈ। ਜਿਵੇਂ ਤੁਸੀਂ ਸਾਰਿਆਂ ਨੇ ਆਪਣਾ ਆਪਣਾ ਦਸਵੰਧ ਪਿਛਲੇ ਸਮੇਂ 'ਚ ਸਫਲ ਕੀਤਾ, ਪਰ ਫਿਰ ਵੀ ਜੇ ਤੁਹਾਡੇ ਕੋਲ ਸਾਧਨ ਹੋਣ, ਫਿਰ ਆਪਾਂ ਕਿਸੇ ਵੱਡੇ ਮੁਹਿੰਮ ਨੂੰ, ਵੱਡੇ ਫੈਸਲਿਆਂ ਨੂੰ ਆਪਾਂ ਹੱਥ ਪਾਉਣਾ ਆਪਾਂ ਨੂੰ ਥੋੜ੍ਹਾ ਜਿਹਾ ਆਸਾਨ ਹੋ ਜਾਂਦਾ। ਅਲਬਰਟਾ ਗੌਰਮੈਂਟ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਜਿਹੜੇ ਸਾਡੇ ਸਤਿਕਾਰਯੋਗ ਮਿਨਿਸਟਰ ਸਾਹਿਬਾਨ ਫੈਡਰਲ ਗਵਰਨਮੈਂਟ ਵੱਲੋਂ ਆਈ ਹੈ, ਅਤੇ ਕੈਨੇਡੀਅਨ ਰੈੱਡ ਕਰਾਸ ਵੱਲੋਂ ਆਈ ਹੈ, ਅਤੇ ਜਿਹੜੇ MLA ਸਾਹਿਬਾਨ, ਮਿਨਿਸਟਰ ਸਾਹਿਬਾਨ ਆਏ, ਉਹਨਾਂ ਦਾ ਵੀ ਅਸੀਂ ਧੰਨਵਾਦ ਕੀਤਾ ਸਭ ਦਾ। ਅਤੇ ਵਿਸ਼ੇਸ਼ ਕਰਕੇ ਮੀਡੀਆ ਦੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਸਭ ਤੋਂ ਵੱਧ ਜ਼ੋਰ ਲਾਇਆ, ਉਹ ਤੁਹਾਡੇ ਵਿੱਚ ਬਿਰਾਜਮਾਨ ਨੇ। ਉਹਨਾਂ ਦਾ ਨਾਂ ਵੀਰ ਜੀ ਨੇ ਲੈ ਤਾ, ਨਾਲ ਮਨਜੀਤ ਵੀਰ ਜੀ ਅਤੇ ਚੜ੍ਹਦੀ ਕਲਾ ਵਾਲੇ ਸਿੰਘ ਤੁਹਾਡੇ ਸਾਹਮਣੇ ਨੇ। ਇਹਨਾਂ ਨੇ ਸਾਰਿਆਂ ਨੇ ਬੜੇ ਤਹਈਏ ਨਾਲ ਤੁਹਾਡੀ ਨਿਸ਼ਕਾਮ ਹੋ ਕੇ ਸੇਵਾ ਕੀਤੀ। ਭਵਿੱਖ ਵਿੱਚ ਵੀ ਤੁਹਾਨੂੰ ਇਹੀ ਬੇਨਤੀ ਹੈ, ਜਿਵੇਂ ਇਸ ਸਮੇਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਜਿਹੜੀ ਮੁਹਿੰਮ ਹੈ ਇਹਨੂੰ ਇੱਕ ਅੰਜਾਮ ਤੱਕ ਪਹੁੰਚਾਇਆ, ਆਪਾਂ ਭਵਿੱਖ ਵਿੱਚ ਵੀ ਜਦੋਂ ਵੀ ਸਿੱਖ ਯੂਥ ਐਡਮਿੰਟਨ ਕਦੇ ਆਪਾਂ ਨੂੰ ਕਾਲ ਦੇਵੇ, ਆਪਾਂ ਆਪਣਾ ਫਰਜ਼ ਸਮਝਦੇ ਹੋਏ ਪੂਰੀ ਤਨਦੇਹੀ ਨਾਲ, ਜਿਵੇਂ ਇਸ ਵਾਰ ਤੁਸੀਂ ਮਦਦ ਕੀਤੀ, ਡਟ ਕੇ ਖੜ੍ਹੇ, ਇਸੇ ਤਰ੍ਹਾਂ ਤਨ ਮਨ ਧਨ ਨਾਲ ਤੁਸੀਂ ਡਟ ਕੇ ਖੜ੍ਹਨਾ। ਤੁਸੀਂ ਤਾਂ ਆਪਣਾ ਤਨ ਹਵਾਲੇ ਕਰ ਦਿਓ, ਬਾਕੀ ਮਨ ਤਾਂ ਆਪੇ ਗੁਰੂ ਦਾ ਸਿੱਖ ਦਾ ਚੰਗੇ ਪਾਸੇ ਨੂੰ ਹੋ ਜਾਂਦਾ, ਅਤੇ ਧਨ ਗੁਰੂ ਨੇ ਆਪੇ ਆਪਣੇ ਸਿੱਖਾਂ ਨੂੰ ਦੇ ਦੇਣਾ ਹੁੰਦਾ। ਜਿਵੇਂ ਆਪਾਂ ਕਿਤੇ ਆਸ ਨਹੀਂ ਸੀ ਵੀ ਆਪਾਂ ਨੂੰ ਇੱਦਾਂ, ਜਦੋਂ ਆਪਾਂ ਕੰਮ ਸ਼ੁਰੂ ਕੀਤਾ ਸੀ ਇਹ ਕਿਸੇ ਗ੍ਰਾਂਟ ਵਾਸਤੇ ਨਹੀਂ ਕੀਤਾ ਸੀ, ਕੇਵਲ ਅਤੇ ਕੇਵਲ ਸੇਵਾ ਵਾਸਤੇ ਕੀਤਾ ਸੀ। ਚਲੋ, ਜੇ ਗੌਰਮੈਂਟ ਨੇ ਆਪਾਂ ਨੂੰ ਗ੍ਰਾਂਟ ਦਿੱਤੀ ਹੈ ਤਾਂ ਮੈਨੂੰ ਪੂਰਨ ਵਿਸ਼ਵਾਸ ਹੈ ਇਹਨੂੰ ਬਹੁਤ ਚੰਗੀ ਜਗ੍ਹਾ ਮੇਰੇ ਵੀਰ, ਜਿਵੇਂ ਪਹਿਲਾਂ ਗੁਰਪ੍ਰੀਤ ਵੀਰ ਜੀ ਪੰਜੀ ਦਾ ਪੈਨੀ ਦਾ ਇਹਨਾਂ ਨੇ ਹਿਸਾਬ ਰੱਖਿਆ, ਕਿਸੇ ਨੂੰ ਕੋਈ ਇਹ ਗੱਲ 'ਚ ਹਿਚਕਚਾਹਟ ਨਹੀਂ ਚਾਹੀਦੀ। ਇੰਨੇ ਵਧੀਆ ਤਰੀਕੇ ਨਾਲ ਇਹੋ ਜਿਹੇ ਪ੍ਰੋਗਰਾਮ ਚਲਾਉਣੇ, ਸੰਭਾਲਣੇ, ਅਤੇ ਜਿੰਨੇ ਸੁਚਾਰੂ ਤਰੀਕੇ ਨਾਲ, ਜਿੰਨੇ ਪਾਰਦਰਸ਼ੀ ਤਰੀਕੇ ਨਾਲ ਇਹਨਾਂ ਨੇ ਸਾਂਭ ਸੰਭਾਲ ਕੀਤੀ ਹੈ। ਜੇ ਕੋਈ ਮਾਇਆ ਆਈ, ਜੇ ਕਿਸੇ ਨੇ ਕੋਈ ਡੋਨੇਸ਼ਨ ਦਿੱਤੀ, ਕੱਲੀ ਚੀਜ਼ ਦਾ ਆਪਾਂ ਪਬਲਿਕਲੀ ਕਰਦੇ ਰਹੇ ਹਾਂ। ਪਬਲਿਕ 'ਚ ਜਾ ਕੇ ਜਦੋਂ ਵੀ ਕੋਈ ਛੋਟੇ ਤੋਂ ਛੋਟੀ ਵੀ ਕਿਸੇ ਨੇ ਸੇਵਾ ਪਾਈ, ਆਪਾਂ ਸਭ ਨੂੰ ਦੱਸਿਆ।
ਤੇ ਭਵਿੱਖ ਵਿੱਚ ਵੀ ਤੁਹਾਡੇ ਸਹਿਯੋਗ ਨਾਲ ਇਸੇ ਤਰ੍ਹਾਂ ਹਰ ਮੋਰਚਾ ਸਫਲ ਕਰਾਂਗੇ। ਅੰਤ ਵਿੱਚ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜੇ ਢੇਸੀ ਵੀਰੋ ਨਹੀਂ, ਗੁਰਪ੍ਰੀਤ ਵੀਰੋ ਨਹੀਂ, ਬਾਬਾ ਜੀ ਨਾ ਉਪਰਾਲਾ ਕਰਦੇ ਤਾਂ ਅਸੀਂ ਵੀ ਫਿਰ ਆਪਾਂ ਸਾਰਿਆਂ ਨੇ ਰਲ ਕੇ ਕਿੱਥੋਂ ਇਹ ਕਰ ਲੈਣਾ ਸੀ। ਇਹਨਾਂ ਨੇ ਅਗਵਾਈ ਕੀਤੀ, ਇਹਨਾਂ ਦਾ ਧੰਨਵਾਦ। ਤੁਸੀਂ ਸਾਰੇ ਬਾਹਾਂ ਬਣ ਕੇ ਨਾਲ ਖੜੇ, ਤੁਹਾਡਾ ਸਾਰਿਆਂ ਦਾ ਧੰਨਵਾਦ। ਜਿਹੜੇ ਵੱਡੇ ਆਗੂ ਹੁੰਦੇ ਨੇ ਜਾਂ ਵੱਡੇ ਕਿਸੇ ਵੀ ਸੰਸਥਾ 'ਚ, ਉਹਨਾਂ ਦਾ ਸਾਰੇ ਧੰਨਵਾਦ ਕਰ ਦਿੰਦੇ ਨੇ। ਮੈਂ ਵੀ ਸੌਂਦੀ ਸਾਹਿਬ ਦਾ ਵੀ ਧੰਨਵਾਦ ਕਰਤਾ, ਹਰਪ੍ਰੀਤ ਵੀਰ ਜੀ, ਮਨਜੀਤ ਵੀਰ ਜੀ ਦਾ, ਪਰ ਮੈਂ ਖਿਮਾ ਦਾ ਜਾਚਕਾਂ 2 ਨੌਜਵਾਨਾਂ ਦਾ, ਮੇਰੇ ਸ਼ੇਰ ਪੁੱਤਾਂ ਦਾ ਰਹਿ ਗਿਆ ਸੀ। ਇਹ ਹਮੇਸ਼ਾ ਹੀ ਜਿੰਨੀ ਵਾਰ ਵੀ ਆਪਾਂ ਇੱਥੇ ਇਕੱਤਰ ਹੋਏ ਆ, ਇਹ ਦੋਏ ਹਮੇਸ਼ਾ ਹੀ ਸੌਂਦੀ ਵੀਰ ਜੀ ਨਾਲ ਆਉਂਦੇ ਸੀ ਅਤੇ ਬੜਾ ਚਾਅ ਅਤੇ ਉਤਸ਼ਾਹ ਨਾਲ, ਇੱਦਾਂ ਨਹੀਂ ਵੀ ਪ੍ਰੋਫੈਸ਼ਨਲ ਜਿਵੇਂ ਪੱਤਰਕਾਰ ਦੇ ਤੌਰ 'ਤੇ ਆਏ ਤਾਂ ਉਹਨਾਂ ਨੇ ਆਪਣਾ ਅੱਡ, ਹਮੇਸ਼ਾ ਹੀ ਸੰਗਤ ਦੇ ਰੂਪ 'ਚ ਇਹ ਵਿਚਰਦੇ ਰਹੇ ਅਤੇ ਬੜੀ ਪਿਆਰ ਨਾਲ ਸੇਵਾ ਕਰਦੇ ਰਹੇ, ਸੇਵਾਦਾਰ ਹੋ ਕੇ ਵਿਚਰਦੇ ਰਹੇ। ਸੌਂਦੀ ਭਾਜੀ ਦਾ ਧੰਨਵਾਦ। ਜਿੱਥੇ ਹੋਰ ਇੰਨਾ ਕੁਝ ਵਧੀਆ ਦੇ ਰਹੇ ਨੇ, ਉੱਥੇ ਆ 2 ਹੀਰੇ ਹੋਰ ਸਾਨੂੰ ਵਧੀਆ ਦਿੱਤੇ। ਅਤੇ ਬਾਕੀ ਇਹ ਗੱਲ ਦੀ ਖੁਸ਼ੀ ਹੈ ਵੀ ਇਸ ਦੌਰਾਨ ਆ ਜਿਹੜੇ ਕਾਰਜ ਕਰੇ, ਹਮੇਸ਼ਾ ਹੀ ਸਾਨੂੰ ਇਹ ਗੱਲ ਰੜਕਦੀ ਰਹਿੰਦੀ ਸੀ ਵੀ ਜਿਹੜੇ ਨੌਜਵਾਨ ਨੇ ਉਹ ਅੱਗੇ ਨਹੀਂ ਆਉਂਦੇ, ਸਾਬਕ ਸੂਰਤ ਜਿਹੜੇ ਨੌਜਵਾਨ ਨੇ ਸਾਡੇ ਉਹ ਰੋਲ ਮਾਡਲ ਨਹੀਂ ਬਣਦੇ। ਅਸੀਂ ਫਿਰ ਉਹੀ ਗੱਲ ਪੁਰਾਣੀ ਬਜ਼ੁਰਗਾਂ ਤੱਕ ਹੀ ਰਹਿ ਜਾਂਦੀ ਸੀ ਅਤੇ ਉਹਨਾਂ ਨੇ ਵਿਚਾਰਿਆਂ ਤੋਂ ਆਪ ਹੁਣ ਕੁਛ ਸਰੀਰਕ ਗੱਲਾਂ ਲਾ ਲਓ, ਕਮੇਟੀਆਂ ਵਾਲੇ ਜਾਂ ਹੋਰ ਸੰਸਥਾਵਾਂ ਵਾਲੇ, ਉਹਨਾਂ ਤੋਂ ਕੰਮ ਹੋ ਨਹੀਂ ਸਕਦਾ ਸੀ। ਤੁਹਾਨੂੰ ਨੌਜਵਾਨਾਂ ਨੂੰ ਬੜਾ ਵਧੀਆ ਪਲੇਟਫਾਰਮ ਮਿਲਿਆ ਸਿੱਖ ਯੂਥ ਦਾ, ਅਤੇ ਤੁਹਾਨੂੰ ਬੇਨਤੀ ਹੈ ਤੁਸੀਂ ਅੱਗੇ ਹੋ ਕੇ ਤਕੜੇ ਹੋ ਕੇ ਸੰਗਿਆ ਨਾ ਕਰੋ। ਅਸੀਂ ਸਟ੍ਰਾਈਕ ਕਰਵਾਈ, ਹੜਤਾਲ ਕਰਾਈ ਵੀ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾ ਰਿਹਾ, ਅਤੇ ਉੱਥੇ ਫੈਡਰੇਸ਼ਨ ਦੀ ਕੋਈ ਗੱਲਬਾਤ ਨਹੀਂ ਸੀ। ਉਦੋਂ ਪਹਿਲਾਂ ਕਾਮਰੇਡ ਜਥੇਬੰਦੀਆਂ ਦਾ ਉੱਥੇ ਬਹੁਤ ਜ਼ਿਆਦਾ ਪ੍ਰਭਾਵ ਸੀਗਾ। ਉਹਨਾਂ ਨੂੰ ਇੱਦਾਂ ਲੱਗਿਆ ਵੀ ਜੇ ਇਹ ਫੈਡਰੇਸ਼ਨ ਵਾਲਿਆਂ ਦੇ ਪੈਰ ਲੱਗ ਗਏ ਫਿਰ ਸਾਡੀ ਨਹੀਂ ਗੱਲ ਰਹਿਣੀ। ਉਹ ਕਹਿੰਦੇ ਵੀ ਤੁਸੀਂ ਐਂ ਨਹੀਂ, ਤੁਸੀਂ ਸਾਨੂੰ ਲੈਕਚਰ ਕਰਕੇ ਦੱਸੋ। ਹੁਣ ਸਾਡੇ 'ਚੋਂ ਜਿਵੇਂ ਹੁਣ ਸਾਰੇ ਹੀ ਇੱਦਾਂ ਦੇ ਲੈਕਚਰ ਕਿਸੇ ਨੂੰ ਵੀ ਨਹੀਂ ਆਉਂਦਾ ਸੀ, ਗੱਲਾਂ ਬਾਤਾਂ ਸਾਰੇ ਮਾਰ ਲੈਂਦੇ ਸੀ ਵਧੀਆ। ਉਹ ਕਹਿੰਦੇ ਲੈਕਚਰ ਕਰਕੇ ਦੱਸੋ। ਸਾਡੇ 'ਚ ਇੱਕ ਦਮਦਮੀ ਟਕਸਾਲ ਦਾ ਮੁੰਡਾ ਸੀ ਸਰਬਜੀਤ ਸਿੰਘ, ਅਤੇ ਬਾਬਾ ਮੱਲੇ ਵਾਲ ਨੇ ਜਿਹੜੇ ਆਪਣੇ ਕੈਲਗਰੀ ਨੇ, ਆਪਣੇ ਮੁੰਡੇ ਕਾਫੀ ਜਾਣਦੇ ਹੋਣੇ ਸਿੰਘ ਉਹਨਾਂ ਨੂੰ, ਉਹਨਾਂ ਦੇ ਪਿੰਡ ਦਾ ਸੀ ਮੁੰਡਾ ਸਰਬਜੀਤ ਸਿੰਘ। ਉਹ ਪੋਲਾ ਜਿਹਾ ਖੜਾ ਹੋਇਆ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਵੈਸੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਨੌਜਵਾਨਾਂ ਨੂੰ ਪੁਲਿਸ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਰਹੀ ਆ, ਅਸੀਂ ਤਾਂ ਹੜਤਾਲ ਕਰਾਈ ਹੈ, ਪਰ ਕਹਿੰਦਾ ਵਿਸਥਾਰਪੂਰਵਕ ਪ੍ਰਧਾਨ ਜੀ ਦੱਸਣਗੇ, ਮੇਰਾ ਨਾਂ ਲੈਤਾ ਉਹਨੇ। ਅਤੇ ਜਦ ਹੁਣ ਉੱਥੇ 250-300 ਬੰਦਾ ਬੈਠਾ ਅਤੇ ਤੁਹਾਨੂੰ ਕੋਈ ਕਹਿ ਦੇ ਅਤੇ ਤੁਹਾਨੂੰ ਖੜਾ ਤਾਂ ਹੋਣਾ ਹੀ ਹੋਣਾ ਪੈਣਾ। ਅਸੀਂ ਤਾਂ ਤੁਹਾਨੂੰ ਫਿਰ ਪਹਿਲਾਂ ਦੱਸ ਦਿੰਦੇ ਹਾਂ ਗੁਰਪ੍ਰੀਤ ਜੀ, ਮੈਨੂੰ ਉਹਨਾਂ ਨੇ ਦੱਸਿਆ ਨਹੀਂ ਸੀ ਵੀ ਤੈਨੂੰ ਬੋਲਣ ਲਾਉਣਾ। ਅਤੇ ਇੱਕ ਦੂਜੇ ਪਾਸੇ ਤੇ ਕਾਮਰੇਡ ਨਾਲ ਬੈਠੇ ਹੋਣ, ਉਹ ਚਾਹੁੰਦੇ ਸੀ ਵੀ ਨਾ ਬੋਲੇ। ਪਰ ਮੈਂ ਇੱਕ ਗੱਲ ਮਹਿਸੂਸ ਕਰਦਾ ਵੀ ਜਿਹੜੇ ਸਾਡੇ ਨੌਜਵਾਨ ਨੇ ਉਹ ਮਤਲਬ ਸੋਸ਼ਲ ਮੀਡੀਆ ਨਾਲ, ਤਾਂ ਹੀ ਤੁਹਾਨੂੰ ਬੇਨਤੀ ਕਰਦਿਆਂ ਜੁੜਿਆ ਕਰੋ। ਸਾਡੇ ਘਰ ਜਦੋਂ ਅਖਬਾਰ ਆਉਂਦਾ ਸੀ ਉਸ ਟਾਈਮ ਅਖਬਾਰ ਇਹ ਸਾਰਾ ਕੁਛ ਹੁੰਦਾ ਸੀ। TV 'ਤੇ ਤਾਂ ਖਬਰਾਂ ਥੋੜ੍ਹੀਆਂ ਬਹੁਤੀਆਂ ਆਉਂਦੀਆਂ ਸੀ 85-87 'ਚ। ਮੈਂ ਅਤੇ ਮੇਰੇ ਬਾਪੂ ਜੀ, ਮੈਂ ਚਾਹੇ ਪਟਿਆਲੇ 'ਚ ਜੰਮਿਆ ਪਲਿਆ ਸ਼ਹਿਰ 'ਚ, ਪਰ ਮੈਂ ਬਾਪੂ ਜੀ ਕਹਿਣਾ, ਬਾਪੂ ਜੀ ਬੀਬੀ ਜੀ ਕਹਿਣਾ, ਮੈਂ ਕਦੇ ਮੰਮੀ ਡੈਡੀ ਨਹੀਂ ਕਿਹਾ। ਅਤੇ ਅਸੀਂ ਦੋਏ ਦੇਖਦੇ ਰਹਿੰਦੇ ਸੀ ਵੀ ਕਦੋਂ ਅਖਬਾਰ ਆਵੇ। ਬਾਪੂ ਜੀ ਦੀ ਕੋਸ਼ਿਸ਼ ਹੁੰਦੀ ਸੀ ਵੀ ਪਹਿਲਾਂ ਮੈਂ ਪੜ੍ਹਾਂ, ਮੇਰੀ ਸਲਾਹ ਹੁੰਦੀ ਸੀ ਵੀ ਪਹਿਲਾਂ ਮੈਂ ਅਖਬਾਰ ਮੇਰੇ ਹੱਥ ਲੱਗ ਜੀ। ਮੈਨੂੰ ਹਾਲਾਤਾਂ ਦਾ ਪਤਾ ਹੁੰਦਾ ਸੀ। ਜਦ ਤੁਸੀਂ ਜੁੜ ਕੇ ਰਹਿੰਦੇ ਹੋ ਤੁਹਾਨੂੰ ਪਤਾ ਹੁੰਦਾ ਕੀ ਹੋ ਰਿਹਾ। ਮੈਨੂੰ ਪਤਾ ਸੀ, ਮੈਂ ਉਦੋਂ ਖੜਾ ਹੋ ਗਿਆ ਅਤੇ ਖੜਾ ਹੋ ਕੇ ਬੋਲਣ ਲੱਗ ਗਿਆ ਅਤੇ ਵੀ ਬਰਨਾਲਾ ਸਰਕਾਰ ਹੈ, ਅਖੌਤੀ ਪੰਥਕ ਸਰਕਾਰ ਹੈ, ਸਾਡੇ ਨੌਜਵਾਨਾਂ ਦੇ ਖੂਨ ਇਹਦੇ ਲਹੂ ਨਾਲ ਰੰਗੇ ਹੋਏ ਨੇ। ਕੈਪਟਨ ਕਮਲਜੀਤ ਉਦੋਂ ਗ੍ਰਹਿ ਮੰਤਰੀ ਸੀ, ਜਿਹਨੂੰ ਬਹੁਤ ਸ਼ਰੀਫ ਕਹਿੰਦੇ ਨੇ, ਇਹ ਉਦੋਂ ਗ੍ਰਹਿ ਮੰਤਰੀ ਸੀ। ਇਹਨੇ ਮੰਡ 'ਚ ਆਪ ਆਪਰੇਸ਼ਨ ਕੀਤਾ ਅਤੇ ਉੱਥੇ ਇਹਨੇ ਆਪ ਮੁਆਇਨਾ ਕਰ ਆਪਣੇ ਮੁੰਡੇ ਸ਼ਹੀਦ ਕਰਵਾਏ। ਅਤੇ ਜਦੋਂ ਮੈਂ ਬੋਲਣ ਲੱਗਿਆ, ਸਰਬਜੀਤ ਮੇਰੀ ਪੈਂਟ ਖਿੱਚੀ ਜਾਵੇ। ਮੈਂ ਕਿਹਾ ਤੈਨੂੰ ਕੀ ਹੋ ਗਿਆ? ਕਹਿੰਦਾ ਹੌਲੀ ਬੋਲ। ਮੈਂ ਕਿਹਾ ਜੇ ਮੈਂ ਹੌਲੀ ਬੋਲਿਆ ਮੇਰੇ ਤੋਂ ਭੁੱਲ ਜੂ, ਮੇਰੇ ਤੋਂ ਬੋਲਿਆ ਨਹੀਂ ਜਾਣਾ। ਅਤੇ ਮੈਂ ਫਿਰ ਲਗਾਤਾਰ ਉਹੋ ਜਿਹਾ ਹੀ ਸੁਭਾਅ ਬਣ ਗਿਆ, ਕਿਉਂਕਿ ਜਿਹੜੇ ਫੈਡਰੇਸ਼ਨ ਵਾਲੇ ਆਗੂ ਸੀ ਉਹ ਸਾਰੇ ਹੀ ਇੱਦਾਂ ਹੀ ਬੋਲਦੇ ਹੁੰਦੇ ਸੀ। ਤੁਸੀਂ ਦੇਖਿਆ ਹੋਣਾ, ਸਪੀਚਾਂ ਸੁਣੀਆਂ ਹੋਣੀਆਂ, ਹਰਮਿੰਦਰ ਗਿੱਲ ਵੀ ਹੈ
ਤੇ ਪੁਰਾਣੇ ਜਿਵੇਂ ਜਿੰਨੇ ਵੀ ਫੈਡਰੇਸ਼ਨ ਦੇ ਲੀਡਰ ਸੀ ਉਹ ਸਾਰੇ ਹੀ ਬਹੁਤ ਧੜੱਲੇ ਨਾਲ ਬੋਲਦੇ ਹੁੰਦੇ ਸੀ। ਸਰਬਜੀਤ ਸਿੰਘ ਘਮਾਣ ਹੈ, ਸੋਸ਼ਲ ਮੀਡੀਆ 'ਤੇ ਦੇਖਿਆ ਕਰੋ ਉਹਨਾਂ ਨੂੰ, ਬਹੁਤ ਸਤਿਕਾਰਯੋਗ ਵੀਰ ਹੈ, ਦਲ ਖਾਲਸਾ 'ਚ ਨੇ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪੁਰਾਣੇ ਆਗੂ ਨੇ ਉਹ ਵੀ। ਅਤੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਤੁਸੀਂ ਨਾ ਥੋੜ੍ਹਾ ਜਿਹਾ ਧਿਆਨ ਜ਼ਰੂਰ ਰੱਖਿਆ ਕਰੋ ਆਲੇ ਦੁਆਲੇ ਕੀ ਹੋ ਰਿਹਾ। ਇੱਥੇ ਮੈਂ ਤੁਹਾਨੂੰ ਦੱਸਦਾ, ਇੱਕ ਦਿਨ ਮੈਂ ਟੈਕਸੀ ਚਲਾਉਣਾ, ਇੱਕ ਦਿਨ 4 ਬੱਚੇ ਮੇਰੇ ਨਾਲ ਗੱਡੀ 'ਚ ਬਹਿ ਗਏ ਰਾਤ ਨੂੰ, ਅਤੇ ਮੈਨੂੰ ਕਹਿੰਦੇ ਕੈਸ਼ ਕੈਬ ਹੈ। ਮੈਂ ਨਹੀਂ, ਮੈਂ ਹੱਸਣ ਲੱਗ ਗਿਆ, ਮੈਂ ਕੈਸ਼ ਔਨ ਡੈਸ਼ ਕੈਬ ਹੈ। ਕਹਿੰਦੇ ਨਹੀਂ ਤੂੰ ਸਮਝਿਆ ਨਹੀਂ, ਮੈਨੂੰ ਲੱਗਦਾ ਗੋਰੇ ਸੀਗੇ। ਕਹਿੰਦੇ ਵੀ ਅੱਜ ਤੈਨੂੰ ਪੁੱਛਦੇ ਹਾਂ ਵੀ ਕੈਸ਼ ਕੈਬ ਹੈ। ਮੈਂ ਕਿਹਾ ਨਹੀਂ, ਕੈਸ਼ ਔਨ ਡੈਸ਼ ਕੈਬ ਹੈ। ਉਹ ਕਹਿੰਦੇ ਵੀ ਤੂੰ ਸਮਝਿਆ ਨਹੀਂ। ਮੈਂ ਸਮਝ ਗਿਆ, ਤੁਸੀਂ US ਵਾਲੀ ਗੱਲ ਕਰਦੇ ਹੋ, ਪਰ ਮੈਂ ਤਾਂ ਸਵੇਰੇ ਬਿੱਲ ਭਰਨੇ ਨੇ, ਤੁਸੀਂ ਇੰਟੈਲੀਜੈਂਟ ਬੱਚੇ ਹੋ, ਮੈਂ ਤੁਹਾਡੇ ਸਵਾਲਾਂ ਦਾ ਕਿੱਥੇ ਜਵਾਬ ਦੇ ਦੂੰਗਾ, ਜਾਂ ਤੁਸੀਂ ਤਾਂ ਮੈਨੂੰ ਬਹੁਤ ਇੰਟੈਲੀਜੈਂਟ ਹੋ। ਉਹ ਇੱਕ ਡਾਕਟਰੀ ਕਰ ਰਿਹਾ ਸੀ, ਇੱਕ ਇੰਜੀਨੀਅਰਿੰਗ ਕਰ ਰਿਹਾ ਸੀ, ਇੱਕ ਕੁੜੀ ਨਰਸਿੰਗ ਕਰਦੀ ਸੀ, 4 ਬੱਚੇ ਚੰਗੇ ਘਰਾਂ ਦੇ ਬੱਚੇ। 4 ਨੂੰ ਫਿਰ ਮੈਂ ਪੁੱਛਣ ਲੱਗ ਗਿਆ ਕੁਐਸਚਨ, 4 ਨੂੰ ਉਹਨਾਂ ਨੂੰ ਇਹ ਨਹੀਂ ਪਤਾ ਸੀ ਸਾਡੇ ਸਿਟੀ ਦਾ ਮੇਅਰ ਕੌਣ ਹੈ ਐਡਮਿੰਟਨ ਦਾ। ਮੈਂ ਤੁਹਾਨੂੰ ਤਾਂ ਬੇਨਤੀ ਕਰਦਾ, ਇਹ ਪੜ੍ਹਿਆ ਕਰੋ। ਉਹਨਾਂ 'ਚੋਂ ਕਿਸੇ ਨੂੰ ਐ ਨਹੀਂ ਪਤਾ ਸੀ। ਮੈਂ ਤੁਹਾਡੇ ਆਪਣੇ ਹਲਕੇ 'ਚੋਂ ਇੱਕ ਆਪਣਾ ਮਿਨਿਸਟਰ ਹੈ, ਫੈਡਰਲ ਮਿਨਿਸਟਰ ਹੈ, ਵੀ ਉਹ ਐਡਮਿੰਟਨ ਤੋਂ ਹੈ, ਕੌਣ ਹੈ? ਕਹਿੰਦੇ ਸਾਨੂੰ ਤਾਂ ਪਤਾ ਨਹੀਂ। ਮੈਂ ਕਿਹਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਹਿੰਟ ਦੇ ਦਿੰਦਾ ਵੀ ਉਹ ਹੈ ਤਾਂ ਬੌਰ ਨੂਰੇ ਦਾ, ਪਰ ਤੁਹਾਡੇ ਵਰਗਾ ਨਹੀਂ ਹੈਗਾ, ਥੋੜ੍ਹਾ ਜਿਹਾ ਡਿਫਰੈਂਟ ਹੈ। ਅਤੇ ਮੈਂ PM ਦੇ ਖੱਬੇ ਪਾਸੇ ਬੈਠਾ ਹੁੰਦਾ ਹਮੇਸ਼ਾ। ਕਹਿੰਦੇ ਪਤਾ ਨਹੀਂ। ਮੈਂ ਕੋਈ ਸ਼ੇਰਵੁੱਡ ਪਾਰਕ ਰਹਿੰਦਾ? ਇੱਕ ਕਹਿੰਦਾ ਮੈਂ ਰਹਿਣਾ। ਮੈਂ ਵੋਟ ਪਾਈ ਸੀ? ਕਹਿੰਦਾ ਹਾਂ। ਮੈਂ ਉਹ ਟਿਮ ਉੱਪਲ। ਮਤਲਬ ਆਪਣੇ ਬੱਚਿਆਂ ਨੂੰ ਇੰਨਾ ਨਹੀਂ ਪਤਾ ਜਿਹੜੇ ਸਟੂਡੈਂਟ ਨੇ ਵੀ ਸਿਆਸਤ 'ਚ, ਚਾਹੇ ਉਰੇ ਦੀ ਹੈ ਚਾਹੇ ਇੰਡੀਆ ਦੀ ਹੈ, ਪੰਜਾਬ ਗੁਰੂਆਂ ਦੀ ਧਰਤੀ ਹੈ, ਉਰੇ ਤੁਸੀਂ ਜੁਗ ਜੁਗ ਜਿਓ, ਸਿਆਸਤਾਂ ਕਰੋ, ਉਰੇ ਦਾ ਤੁਹਾਨੂੰ ਸਾਰਾ ਕੁਛ ਪਤਾ ਹੋਣਾ ਚਾਹੀਦਾ। ਪਰ ਜੋ ਪੰਜਾਬ 'ਚ ਆਪਣੇ ਧਰਮ ਨਾਲ ਕੁਛ ਹੋ ਰਿਹਾ, ਜਾਂ ਜੋ ਏਜੰਸੀਆਂ ਕਰਦੀਆਂ ਨੇ ਕੁਛ, ਉਹਦੇ 'ਤੇ ਵੀ ਘੱਟੋ ਘੱਟ ਥੋੜ੍ਹੀ ਬਹੁਤੀ ਅੱਖ ਰੱਖਿਆ ਕਰੋ। ਤੁਹਾਨੂੰ ਆਪਣੇ ਧਰਮ ਬਾਰੇ, ਜਿਵੇਂ ਵੀਰ ਜੀ ਨੇ ਆਖਿਆ, ਆਪਣੇ ਸਾਹਿਬਜ਼ਾਦਿਆਂ ਦਾ, ਆਪਣੇ ਜਿਹੜੇ ਸ਼ਹੀਦ ਹੋਏ ਨੇ, ਗੁਰੂ ਸਾਹਿਬਾਨ ਹੋਏ ਨੇ, ਉਹਨਾਂ ਦੀ ਜੀਵਨੀ ਬਾਰੇ ਵੀ, ਗੁਰ ਇਤਿਹਾਸ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਟੈਕਸੀ ਚਲਾਉਣਾ, ਸਾਨੂੰ ਲੋਕ ਬੜੇ, ਹੁਣ ਤਾਂ ਠੀਕ ਨੇ ਹਾਲਾਤ, ਜਦੋਂ ਮੈਂ 13-14 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਟੈਕਸੀ, ਬੜੇ ਸਵਾਲ ਪੁੱਛਦੇ ਸੀ, ਪਰ ਕਦੇ ਵੀ ਗੁਰੂ ਸਾਹਿਬ ਦੀ ਕਿਰਪਾ ਹੈ, ਬਖਸ਼ਿਸ਼ ਹੈ, ਅਖਬਾਰ ਪੜ੍ਹਨ ਕਰਕੇ ਜਾਂ ਹੋਰ ਹਾਲਾਤਾਂ 'ਤੇ ਨਿਗਾਹ ਰੱਖਣ ਕਰਕੇ ਕਦੇ ਵੀ ਸਾਨੂੰ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਿ ਸਾਡੀ ਕੋਈ ਬੇਇੱਜ਼ਤੀ ਕਰਕੇ ਉੱਤਰ ਗਿਆ, ਸਾਨੂੰ ਕਿਸੇ ਦੀ ਗੱਲ ਦਾ ਉੱਤਰ ਨਹੀਂ ਆਉਂਦਾ ਸੀ। ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ, ਤੁਸੀਂ ਵੱਧ ਤੋਂ ਵੱਧ ਆਪਣੇ ਵਿਰਸੇ ਬਾਰੇ ਪੜ੍ਹਿਆ ਅਤੇ ਸੁਣਿਆ ਜ਼ਰੂਰ ਕਰੋ, ਨਿਰਪੱਖ ਗੱਲਬਾਤ ਸੁਣਿਆ ਕਰੋ। ਜਿਹੜੀਆਂ ਇੱਕ ਕਿਸੇ ਵੀ ਧੜੇ ਦੀ ਜਾਂ ਧਿਰ ਦੀ ਗੱਲ ਨਹੀਂ ਸੁਣਨੀ। ਤੁਸੀਂ, ਮੈਂ ਤੁਹਾਨੂੰ ਬੇਨਤੀ ਕਰਨਾ, ਆਪਾਂ ਸਭ ਨੇ ਸਿੱਖ ਬਣਨਾ, ਕਿਸੇ ਨੇ ਦਮਦਮੀ ਟਕਸਾਲ ਦੇ ਸਿੱਖ ਨਹੀਂ ਬਣਨਾ, ਕਿਸੇ ਨੇ ਦਲ ਖਾਲਸਾ ਦੇ ਨਹੀਂ, ਕਿਸੇ ਨੇ ਸ਼੍ਰੋਮਣੀ ਕਮੇਟੀ ਵਾਲੇ ਨਹੀਂ, ਕਿਸੇ ਨੇ ਅਕਾਲੀ ਦਲ ਵਾਲੇ ਨਹੀਂ। ਆਪਾਂ ਗੁਰੂ ਨਾਨਕ ਦੇ ਸਿੱਖ, ਦਸਮੇਸ਼ ਪਿਤਾ ਦੇ ਸਿੰਘ ਬਣਨਾ। ਜਿੰਨਾ ਚਿਰ ਆਪਾਂ ਇਹ ਧੜੇਬੰਦੀਆਂ ਜਾਂ ਇਹ ਗੱਲਾਂ 'ਚੋਂ ਨਹੀਂ ਨਿਕਲਦੇ, ਆਪਾਂ ਸਹੀ ਮਾਰਗਦਰਸ਼ਨ ਆਪਣਾ ਨਹੀਂ ਹੋ ਸਕਦਾ। ਆਪਾਂ ਉਹਨਾਂ ਚਿਰ, ਆਪਾਂ ਜਦ ਆਪ ਨਹੀਂ ਸਹੀ ਸਿੱਖਾਂਗੇ ਤਾਂ ਆਪਾਂ ਕਿਸੇ ਹੋਰ ਨੂੰ ਕੀ ਸਹੀ ਆਨਸਰ ਦੇ ਲਾਂਗੇ। ਕਿਉਂਕਿ ਜਿਹੜੀ ਤੁਸੀਂ ਇੱਕ ਗੱਲ ਸੁਣਨ ਲੱਗ ਜਾਂਦੇ ਹੋ, ਇੱਕ ਤਰ੍ਹਾਂ ਦਾ ਮੀਡੀਆ ਦੇਖਣ ਲੱਗ ਜਾਂਦੇ ਹੋ, ਉਹ ਫਿਰ ਤੁਹਾਨੂੰ ਉਹੀ ਗੱਲਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ, ਉਹੀ ਗੱਲਾਂ ਤੁਹਾਨੂੰ ਸੱਚੀਆਂ ਲੱਗਣ ਲੱਗ ਜਾਂਦੀਆਂ ਨੇ। ਇਸੇ ਕਰਕੇ ਮੈਂ ਬੇਨਤੀ ਕਰਦਾ, ਹਰ ਤਰ੍ਹਾਂ ਦਾ ਜਿਹੜਾ ਤੁਹਾਨੂੰ ਨਹੀਂ ਵੀ ਚੰਗਾ ਲੱਗਦਾ, ਜਿਹਦੇ ਨਾਲ ਤੁਹਾਡੇ ਵਿਚਾਰ ਨਹੀਂ ਵੀ ਮਿਲਦੇ, ਗੱਲ ਉਹਦੀ ਵੀ ਸੁਣੋ। ਕਿਉਂਕਿ ਪਤਾ ਨਹੀਂ ਕਿਹੜਾ ਬੰਦਾ ਕਿੱਥੇ ਹੈ। ਅੱਜ ਜੇ ਕੋਈ ਬੰਦਾ ਤੁਹਾਨੂੰ ਠੀਕ ਲੱਗਦਾ, ਹੋ ਸਕਦਾ 5 ਸਾਲ ਬਾਅਦ ਤੁਹਾਡੀ ਸੋਚ ਚੇਂਜ ਹੁੰਦੀ ਹੈ, ਤੁਹਾਨੂੰ ਉਹ ਬੰਦਾ ਠੀਕ ਲੱਗਦਾ ਵੀ ਉਹ 'ਚ ਨਹੀਂ ਆਹ ਗੱਲ ਤਾਂ ਠੀਕ ਸੀਗੀ, ਉਹ ਆਪਾਂ ਇੰਨਾ ਚਿਰ ਬੰਦੇ ਨੂੰ ਉੱਦਾਂ ਹੀ ਇਗਨੋਰ ਕਰੀ ਗਏ। ਤੋ ਫਿਰ ਤੁਹਾਡਾ ਮਨਜੀਤ ਵੀਰ ਜੀ ਨੂੰ ਵੀ ਮੈਂ ਬੇਨਤੀ ਕਰਦਾ, ਉਹ ਵੀ ਆ ਕੇ ਆਪਣੀ ਗੱਲ ਰੱਖਣ। ਅਤੇ ਮੈਂ ਤੁਹਾਨੂੰ ਫਿਰ ਸਾਰਿਆਂ ਨੂੰ ਬੇਨਤੀ ਕਰਦਾ, ਇਹ ਤੁਹਾਡੀ ਸੰਸਥਾ, ਇਹਨੂੰ ਆਪ ਤੁਸੀਂ ਸਾਂਭਣਾ, ਆਪ ਚਲਾਉਣਾ, ਅਤੇ ਤਕੜੇ ਹੋ ਕੇ ਇਹਦਾ ਨਾਂ ਰੋਸ਼ਨ ਕਰਨਾ, ਆਪਣੀ ਕੌਮ ਦਾ ਰੋਸ਼ਨ ਕਰਨਾ, ਆਪਣੇ ਭਾਈਚਾਰੇ ਦਾ ਨਾਂ ਰੋਸ਼ਨ ਕਰਨਾ, ਅਤੇ ਤਾਂ ਕਿ ਮਾਣ ਹੋਵੇ ਐਡਮਿੰਟਨ ਵਾਸੀਆਂ ਨੂੰ ਕਿ ਭਾਈਚਾਰਾ ਸਾਡੇ 'ਚ ਰਹਿੰਦਾ।
ਤੇ ਮਾਣ ਉਹ ਕਰਦੇ ਨੇ ਪਹਿਲਾਂ ਹੀ, ਪਰ ਆਪਾਂ ਹੋਰ ਚੰਗੇ ਕੰਮ ਕਰਨੇ ਨੇ, ਹੋਰ ਮਾਨਵਤਾ ਵਾਲੇ ਕੰਮ ਕਰਨੇ ਨੇ, ਹੋਰ ਸੇਵਾ ਵਾਲੇ ਕੰਮ ਕਰਨੇ ਨੇ। ਆਪਾਂ ਭਾਈ ਕਨ੍ਹਈਆ ਜੀ ਦੇ ਵਾਰਸ ਬਣਨਾ। ਇੰਨੀਆਂ ਬੇਨਤੀ ਕਰਦਾ ਵੀਰ ਜੀ ਨੂੰ ਕਿ ਉਹ ਵੀ ਆਪਣੇ ਵਿਚਾਰ ਰੱਖਣ, ਅਤੇ ਤੁਹਾਡਾ ਸਾਰਿਆਂ ਦਾ, ਤੁਸੀਂ ਇੰਨੇ ਧੀਰਜ ਨਾਲ ਸਾਡੀਆਂ ਬੇਨਤੀਆਂ ਸੁਣ ਰਹੇ ਹੋ, ਬੈਠੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਦੇ ਬਾਹਲਾ ਤੁਹਾਡਾ ਸਮਾਂ ਨਹੀਂ ਲੈਂਦਾ, ਕਦੇ ਕਦੇ ਤੁਹਾਨੂੰ ਬੇਨਤੀ ਕਰੀਂਦੀ ਹੈ। ਮੈਂ ਬੇਨਤੀ ਕਰਦਾ ਵੀਰ ਮਨਜੀਤ ਸਿੰਘ ਨੂੰ ਆਉਣ, ਅਤੇ ਫਿਰ ਮੀਡੀਆ ਵਾਲੇ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੌਂਦੀ ਵੀਰ ਜੀ ਤੁਹਾਡਾ ਧੰਨਵਾਦ, ਜਿਹੜੇ 2 ਨਵੇਂ ਹੀਰੇ ਦਿੱਤੇ ਨੇ ਤੁਸੀਂ ਸਾਨੂੰ ਦੋਏ ਪੱਤਰਕਾਰੀ ਦੇ ਖੇਤਰ 'ਚ, ਇਹਨਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿਹੜੀ ਸਿੱਖ ਯੂਥ ਐਡਮਿੰਟਨ ਆ, ਇਹ 2010 ਤੋਂ ਸੇਵਾ ਦੇ ਕੰਮਾਂ ਦੇ ਵਿੱਚ ਜੁਟੀ ਹੋਈ ਆ। ਜਦੋਂ ਵੀ ਮਾਨਵਤਾ 'ਤੇ ਕਿਸੇ ਤਰ੍ਹਾਂ ਦੀ ਭੀੜ ਆਈ ਆ, ਇਸ ਸੰਸਥਾ ਦੇ ਜਿਹੜੇ ਵਲੰਟੀਅਰ ਨੇ ਅੱਗੇ ਆ ਕੇ ਇਹਨਾਂ ਨੇ ਹਰ ਤਰ੍ਹਾਂ ਨਾਲ ਜਿਹੜੇ ਸਾਡੇ ਨੀਡੀ ਬ੍ਰਦਰਸ ਐਂਡ ਸਿਸਟਰਸ ਨੇ ਉਹਨਾਂ ਦੀ ਹੈਲਪ ਕੀਤੀ ਆ। ਔਰ ਫੋਰਟ ਮੈਕ ਦੇ ਵਿੱਚ ਵੀ ਇਹਨਾਂ ਨੇ ਕਾਫੀ ਵੱਡੀ ਸੇਵਾ ਕੀਤੀ ਸੀ। ਕੈਨੇਡੀਅਨ ਰੈੱਡ ਕਰਾਸ ਨੂੰ ਇਹਨਾਂ ਨੇ $12,000 ਦੀ ਇੱਕ ਭੇਟਾ ਰਾਸ਼ੀ ਵੀ ਦਿੱਤੀ ਸੀ। ਔਰ ਇਸ ਪੈਂਡੈਮਿਕ ਦੀ ਸਥਿਤੀ ਦੇ ਵਿੱਚ ਇਹਨਾਂ ਵੱਲੋਂ ਜੋ ਕੰਮ ਕੀਤੇ ਗਏ, ਜਿਵੇਂ ਕਿ ਫ੍ਰੀ ਗਰੋਸਰੀਜ਼ ਜਿਹੜੀਆਂ ਨੇ ਉਹ ਵੰਡੀਆਂ ਗਈਆਂ ਸਾਰੇ ਹੀ ਲੋੜਵੰਦ ਭੈਣਾਂ ਭਰਾਵਾਂ ਤੱਕ, ਉਹ ਸੇਵਾ ਜਿਹੜੀ ਆ ਉਹ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਈ। ਔਰ ਅਸੀਂ ਇੱਕ ਫੈਡਰਲ ਗਵਰਨਮੈਂਟ ਨੂੰ, ਕੈਨੇਡੀਅਨ ਰੈੱਡ ਕਰਾਸ ਨੂੰ ਇੱਕ ਐਪਲੀਕੇਸ਼ਨ ਕੀਤੀ ਸੀ ਫॉर ਗ੍ਰਾਂਟ। ਦੀਪਕ ਸੋਂਧੀ ਮੇਰੇ ਵੀਰ ਨੇ ਟਾਈਮਸ ਆਫ ਏਸ਼ੀਆ ਤੋਂ, ਇਹਨਾਂ ਨੇ ਸਾਨੂੰ ਸਲਾਹ ਦਿੱਤੀ। ਫਿਰ ਸਾਡੇ ਲੋਕਲ MLA ਨੇ ਸਰਦਾਰ ਜਸਵੀਰ ਸਿੰਘ ਦਿਓਲ, ਇਹਨਾਂ ਦੇ ਆਫਿਸ ਤੋਂ ਮੇਰਾ ਵੀਰ ਆ ਯਾਦਵਿੰਦਰ ਭਾਰਦਵਾਜ, ਉਹਨਾਂ ਨੇ ਸਾਡੀ ਡਾਕੂਮੈਂਟੇਸ਼ਨ ਦੇ ਵਿੱਚ ਕਾਫੀ ਵੱਡੀ ਹੈਲਪ ਕੀਤੀ, ਜਿਹਦੇ ਸਦਕਾ ਅਸੀਂ ਇਹ ਅਪਲਾਈ ਕਰ ਸਕੇ। ਔਰ ਰੀਸੈਂਟਲੀ ਸਾਨੂੰ ਇਹ ਜਿਹੜੀ ਗ੍ਰਾਂਟ ਆ ਉਹ ਅਪਰੂਵ ਹੋ ਚੁੱਕੀ ਆ। ਵਿਦਿਨ 2 or 3 ਡੇਜ਼ ਆਈ ਬਿਲੀਵ ਕਿ ਸਾਨੂੰ ਜਿਹੜੀ ਪਹਿਲੀ ਇਹਦੀ ਕਿਸ਼ਤ ਆ ਉਹ ਮਿਲ ਜਾਵੇਗੀ। ਔਰ ਸਾਰੇ ਹੀ ਜਿਹੜੇ ਵਲੰਟੀਅਰ ਨੇ ਉਹ ਇਸ ਖੁਸ਼ੀ ਦੇ, ਇਸ ਤਾਰੀਫ ਦੇ ਹੱਕਦਾਰ ਨੇ। ਔਰ ਆਸ ਕਰਦੇ ਹਾਂ ਕਿ ਜਿਹੜੀ ਇਹ ਭੇਟਾ ਰਾਸ਼ੀ ਸਾਨੂੰ ਮਿਲੀ ਆ ਫਰੋਮ ਦੀ ਫੈਡਰਲ ਗਵਰਨਮੈਂਟ ਜਾਂ ਕੈਨੇਡੀਅਨ ਰੈੱਡ ਕਰਾਸ, ਅਸੀਂ ਹੋਰ ਵੱਧ ਚੜ੍ਹ ਕੇ ਦੁੱਗਣੀ ਤਿੱਗਣੀ ਜਿਹੜੀ ਹਿੰਮਤ ਆ ਔਰ ਤਾਕਤ ਆ ਉਹਦੇ ਨਾਲ ਸਾਡੇ ਜਿਹੜੇ ਵੀਰ ਭਰਾ, ਖਾਸ ਕਰਕੇ ਜਿਹੜਾ ਵਲਨਰੇਬਲ ਗਰੁੱਪ ਆ, ਜਿਨ੍ਹਾਂ ਤੱਕ ਬੇਸਿਕ ਇਮਿਊਨਿਟੀਜ਼ ਨਹੀਂ ਪਹੁੰਚ ਸਕੀਆਂ, ਜਿਨ੍ਹਾਂ ਨੂੰ ਅਜੇ ਵੀ ਫੂਡ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ, ਉਹਨਾਂ ਵਾਸਤੇ ਫੂਡ ਸਿਕਿਉਰਿਟੀ ਪ੍ਰੋਵਾਈਡ ਕਰਨੀ ਔਰ ਹਾਈਜੀਨਿਕ ਜਿਹੜੇ ਆਈਟਮਸ ਨੇ ਉਹਨਾਂ ਨੂੰ ਪ੍ਰੋਵਾਈਡ ਕਰਨੀਆਂ, ਇਹ ਹੁਣ ਸਿੱਖ ਯੂਥ ਐਡਮਿੰਟਨ ਦਾ ਮੇਨ ਉਪਰਾਲਾ ਹੋਏਗਾ। ਮੈਂ ਮਲਕੀਤ ਸਿੰਘ ਭਾਜੀ, ਢੇਸੀ ਜੀ ਦਾ, ਗੁਲਜ਼ਾਰ ਜੀ ਦਾ ਔਰ ਬਿੱਟੂ ਭਾਜੀ, ਸਿੱਧੂ ਭਾਜੀ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਸਾਡੇ ਚੜ੍ਹਦੀ ਕਲਾ TV ਤੋਂ ਦਰਦੀ ਭਾਜੀ ਆਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਕੌਰ ਵਲੰਟੀਅਰ ਕੰਮ ਕਰ ਰਹੀ ਹਾਂ ਇੱਥੇ। ਸੋ ਆਈ ਐਮ ਸੋ ਗਲੈਡ ਕਿ ਮੈਂ ਕੰਮ ਇੱਥੇ ਕਰ ਰਹੀ ਹਾਂ, ਬਿਕੋਜ਼ ਆਈ ਹੈਵ ਸੀਨ ਕਿ ਬਹੁਤ ਸਾਰੇ ਸਟੂਡੈਂਟ ਆ। ਮੈਂ ਸਟੂਡੈਂਟ ਲਾਈਫ 'ਚ ਆਈ ਸੀ, ਸੋ ਮੈਂ ਦੇਖਿਆ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਨਵੇਂ ਵੀ ਆਏ ਜਾਂ ਪਹਿਲਾਂ ਤੋਂ ਵੀ ਰਹਿੰਦੇ ਆ। ਕੋਵਿਡ ਕਰਕੇ ਕੰਮ ਨਹੀਂ ਮਿਲਦਾ ਸੀ ਨਿਊ ਸਟੂਡੈਂਟਸ ਨੂੰ, ਜਿਹੜਾ ਪੁਰਾਣੇ ਉਹਨਾਂ ਦਾ ਵੀ ਕੰਮ ਚਲਾ ਗਿਆ। ਸੋ ਬਹੁਤ ਸਾਰੇ ਸਟੂਡੈਂਟ ਸੀ ਜਾਂ ਹੋਰ ਵੀ ਲੋਕ ਜਿਹੜੇ ਵਰਕ ਪਰਮਿਟ 'ਤੇ ਆਏ ਸੀ, ਜਾਂ ਬਹੁਤ ਸਾਰੇ ਹੋਰ ਵੀ, ਨਾਟ ਓਨਲੀ ਪੰਜਾਬੀ ਕਮਿਊਨਿਟੀ, ਬਹੁਤ ਸਾਰੇ ਹੋਰ ਵੀ ਕਮਿਊਨਿਟੀਜ਼ ਦੇ ਪੀਪਲ ਸੀ ਜਿਹੜਿਆਂ ਨੂੰ ਕੰਮ ਚਲੇ ਗਿਆ ਕੋਵਿਡ ਕਰਕੇ, ਐਂਡ ਫਾਈਨੈਂਸ਼ੀਅਲ ਪ੍ਰੋਬਲਮ ਸੀਗੀਆਂ। ਸੋ ਉਹ ਅਫੋਰਡ ਨਹੀਂ ਕਰ ਪਾ ਰਹੇ ਸੀ ਕਿ ਆਪਣਾ ਘਰ ਦਾ ਖਰਚਾ ਵੀ ਕੱਢ ਸਕਣ। ਸੋ ਉਹਦੇ 'ਚ ਅਸੀਂ ਮਤਲਬ ਸਿੱਖ ਯੂਥ ਨੇ ਬਹੁਤ ਹੈਲਪ ਕੀਤੀ। ਸਾਨੂੰ ਬਹੁਤ ਸਾਰੀ ਮੈਨੂੰ ਐਪਰੀਸ਼ੀਏਸ਼ਨ ਮਿਲੀਆਂ, ਜਾਂ ਪੂਰੇ ਗਰੁੱਪ ਨੂੰ ਬਹੁਤ ਐਪਰੀਸ਼ੀਏਸ਼ਨ ਮਿਲੀ ਆ। ਸੋ ਉਹਦੇ ਲਈ ਮੈਂ ਆਮ ਹੈਪੀ ਕਿ ਮੈਂ ਇਸ ਚੀਜ਼ ਦਾ ਹਿੱਸਾ ਬਣੀ ਹਾਂ। ਐਂਡ ਦੈਟਸ ਇਟ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ ਦਰਦੀ, ਚੜ੍ਹਦੀ ਕਲਾ ਟਾਈਮ TV ਤੋਂ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਸਾਰੇ ਪੱਤਰਕਾਰ ਵੀਰ ਸਮਾਜ ਦੇ ਜਿਹੜੇ ਕੰਮ ਹੋ ਰਹੇ ਹੁੰਦੇ ਉਹਨਾਂ 'ਚ ਬੜਾ ਪੋਜ਼ਿਟਿਵ ਰੋਲ ਨਿਭਾਉਂਦੇ ਨੇ। ਅੱਜ ਕੱਲ੍ਹ ਨੈਗੇਟਿਵ ਮੀਡੀਆ ਬੜਾ ਹੋ ਗਿਆ ਅਤੇ ਪੋਜ਼ਿਟਿਵ ਗੱਲ ਕਰਨ ਵਾਲੇ ਬਹੁਤ ਘੱਟ ਬੰਦੇ ਨੇ। ਅਤੇ ਜਿਵੇਂ ਹੁਣ ਵੀਰ ਜੀ ਨੇ ਕਿਹਾ, ਦੀਪਕ ਸੋਂਧੀ ਜੀ ਨੇ ਪੁੱਛਿਆ ਵੀ ਤੁਸੀਂ ਅਪਲਾਈ ਕੀਤਾ ਕਿ ਨਹੀਂ ਕੀਤਾ, ਇੱਕ ਪ੍ਰੇਰਣਾ ਚਿਣਗ ਲਾਉਣ ਵਾਲੀ ਗੱਲ ਜਿਹੜੀ ਹੁੰਦੀ ਹੈ ਨਾ, ਉਹ ਬੜੀ ਵੱਡੀ ਗੱਲ ਹੁੰਦੀ ਹੈ। ਕਿਸੇ ਨੂੰ ਕਿਸੇ ਨਾਲ ਜੋੜਨਾ, ਹਾਂਜੀ
ਇਹ ਤੁਸੀਂ ਕਰੋ ਤੇ ਉਹਦੇ ਨਾਲ ਤੁਹਾਨੂੰ ਹੋਰ ਹੱਲਾਸ਼ੇਰੀ ਮਿਲੇਗੀ। ਤੇ ਮੀਡੀਆ ਦੇ ਵਿੱਚ ਰਹਿ ਕੇ ਦੀਪਕ ਸੋਂਧੀ ਜੀ ਨੇ ਜੇ ਕੰਮ ਕੀਤਾ ਤੇ ਬਹੁਤ ਵੱਡਾ ਕੰਮ ਕੀਤਾ ਵੀ ਇਹਨਾਂ ਨੇ ਇੱਕ ਸੇਧ ਦਿੱਤੀ ਵੀ ਇਹ ਰਸਤਾ ਹੈਗਾ। ਇਹਦੇ ਨਾਲ ਸਾਨੂੰ ਹੋਰ ਹੱਲਾਸ਼ੇਰੀ ਗਵਰਨਮੈਂਟ ਵੱਲੋਂ ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਮਿਲੀ ਹੈ, ਜੇ ਉਹ ਚਿਣਕ ਉਹਨਾਂ ਨੇ ਲਗਾਈ ਹੈ ਤੇ ਅੱਜ ਅਸੀਂ ਇਸ ਜਿਹੜੀ ਮਦਦ ਮਿਲੀ ਹੈ ਸਾਰੇ ਇਕੱਠੇ ਹੋ ਕੇ ਸਰਕਾਰ ਦਾ ਧੰਨਵਾਦ ਵੀ ਕਰ ਰਹੇ। ਮੈਂ ਚਾਹਾਂਗਾ ਦੀਪਕ ਸੋਂਧੀ ਜੀ ਲਈ ਸਾਰੇ ਜ਼ਰੂਰ ਤਾੜੀਆਂ ਮਾਰਨ। ਇਹਦੇ ਨਾਲ ਹੀ ਵੀਰ ਮਨਜੀਤ ਸਿੰਘ ਵਰੀ ਭਾਵੇਂ ਸਾਰੇ ਆਪਣੇ ਕੰਮਕਾਰ ਵੀ ਕਰਦੇ ਨੇ ਪਰ ਮੀਡੀਆ ਦੇ ਵਿੱਚ ਨਾਲ ਰਹਿ ਕੇ ਆਪ ਜੀ ਸਭ ਨਾਲ ਜਿਹੜਾ ਹੈ ਹੱਥ ਵਟਾ ਰਹੇ ਨੇ, ਇਹਨਾਂ ਲਈ ਵੀ ਮੈਂ ਧੰਨਵਾਦ। ਸਤਿ ਸ੍ਰੀ ਅਕਾਲ। ਤੇ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਚਾਹਾਂਗਾ ਯੂਥ ਜ਼ਰੂਰ ਅੱਗੇ ਆਵੇ ਐਂਡ ਹੋਰ ਆਪਣੇ ਨਾਲ ਬੱਚਿਆਂ ਨੂੰ ਜੇ ਜੋੜੋਗੇ, ਯੂਥ ਨੂੰ ਜੋੜੋਗੇ, ਬਹੁਤ ਵੱਡੀ ਗੱਲ ਹੋਏਗੀ ਕਿਉਂਕਿ ਉਹਨਾਂ ਨੂੰ ਜਦੋਂ ਅਸੀਂ ਸੇਵਾ ਦੇ ਕੰਮਾਂ 'ਚ ਨਾਲ ਜੋੜਦੇ ਹਾਂ ਨਾ ਜੀ, ਸਾਡੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ। ਤੇ ਬੱਚੇ ਬੱਚੀਆਂ, ਮੇਰੀ ਭੈਣ ਛੋਟੀ ਜੇ ਉਹ ਅੱਗੇ ਆਈ ਵਿਲ ਰਿਕੁਐਸਟ ਵੀ ਤੁਸੀਂ ਹੋਰ ਕਾਲਜਾਂ ਯੂਨੀਵਰਸਿਟੀਆਂ 'ਚ ਆਪਣੇ ਇੰਨੇ ਸਟੂਡੈਂਟ ਇੱਥੇ ਪੜ੍ਹ ਰਹੇ ਨੇ, ਜ਼ਰੂਰ ਉਹਨਾਂ ਨੂੰ ਨਾਲ ਵਲੰਟੀਅਰ ਵਰਕ ਦੇ ਜੋੜੋ। ਐਂਡ ਇਹਦੇ ਨਾਲ ਮੀਡੀਆ ਦੇ ਵਿੱਚ ਜਿਵੇਂ ਸੋਸ਼ਲ ਮੀਡੀਆ 'ਚ ਗੁਲਜ਼ਾਰ ਭਾਜੀ ਬਹੁਤ ਐਕਟਿਵ ਨੇ, ਦਿਨੇ ਰਾਤ ਇਹਨਾਂ ਦਾ ਕੋਈ ਨਾ ਕੋਈ ਘੰਟੀ ਵੱਜੀ ਜਾਂਦੀ ਹੈ ਮੇਰੇ ਕੋਲ, ਦੀਪਕ ਸੋਂਧੀ ਜੀ ਦੀ ਵੀ ਤੇ ਇਹਨਾਂ ਦਾ ਵੀ। ਤੇ ਤੁਸੀਂ ਪੋਜ਼ਿਟਿਵ ਚੀਜ਼ ਜ਼ਰੂਰ ਦਿਖਾਓ ਆਪਣੀ ਕਮਿਊਨਿਟੀ ਦੀ, ਇਹ ਬਹੁਤ ਜ਼ਰੂਰੀ ਹੈ ਜੀ। ਅਸੀਂ ਦੁਨੀਆ ਨੂੰ ਜਿੰਨਾ ਪੋਜ਼ਿਟਿਵ ਦਿਖਾ ਸਕੀਏ ਉਨੇ ਅੱਜ ਮੀਡੀਆ ਕਰਕੇ ਹੀ ਸਾਡੀ ਜਿਹੜੀ ਕਮਿਊਨਿਟੀ ਹੈ ਇੱਥੇ ਰਾਜ ਭਾਗ ਇੱਕ ਤਰ੍ਹਾਂ ਨਾਲ ਕਰ ਰਹੀ ਹੈ। ਤੇ ਇਹਨਾਂ ਵਰਗੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ। ਤੇ ਜ਼ਰੂਰ ਛੋਟੇ ਬੱਚਿਆਂ ਨੂੰ, ਨੌਜਵਾਨਾਂ ਨੂੰ ਅਸੀਂ ਜ਼ਰੂਰ ਜਿਹੜਾ ਹੈਗਾ ਨਾਲ ਜੋੜੀਏ। ਨਾਲ ਵੀਰ ਜੀ ਨੇ ਜਿਵੇਂ ਕਿਹਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ, ਸ਼ਹੀਦੀ ਦਿਹਾੜੇ 'ਚ ਅਸੀਂ ਇੱਕ ਜੇ ਅਸੀਂ ਬੱਚਿਆਂ ਨੂੰ, ਮੈਂ ਨੌਜਵਾਨ ਬੱਚਿਆਂ ਦੇ ਅਸੀਂ ਪਿੱਛੇ ਸਰਵੇ ਕਰਾਇਆ ਸੀ, ਉਹਨਾਂ ਨੂੰ ਸਿੱਧੂ ਮੂਸੇਵਾਲੇ ਦੇ ਤਾਂ ਗਾਣੇ ਯਾਦ ਨੇ ਜਾਂ ਹੋਰ ਯਾਦ ਨੇ ਪਰ ਆਪਣੇ ਸ਼ਹੀਦਾਂ ਦੇ ਨਾਮ ਨਹੀਂ ਯਾਦ। ਮੇਰੀ ਬੇਨਤੀ ਇਹ ਹੈ ਵੀ ਜਿੰਨੇ ਤੁਹਾਡੇ ਨਾਲ ਭਾਵੇਂ ਘਰ ਦੇ ਬੱਚੇ ਹੀ ਨੇ ਜਾਂ ਨਾਲ ਲੱਗਦੇ ਹੈਗੇ ਨੇ, ਉਹਨਾਂ ਨੂੰ ਕਾਈਂਡਲੀ ਘੱਟੋ ਘੱਟ ਇੱਕ ਇਹ ਮੁਹਿੰਮ ਵਿੱਢ ਲਓ ਵੀ ਆਪਾਂ ਬੱਚਿਆਂ, ਛੋਟੇ ਸਾਹਿਬਜ਼ਾਦਿਆਂ ਦੀ ਐਟਲੀਸਟ ਸ਼ਹਾਦਤ ਬਾਰੇ ਤਾਂ ਦੱਸ ਸਕੀਏ, ਕੌਣ ਸਨ ਛੋਟੇ ਸਾਹਿਬਜ਼ਾਦੇ ਤੇ ਕਿਵੇਂ ਸ਼ਹੀਦ ਕੀਤੇ ਗਏ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਤੇ ਧੰਨਵਾਦ ਢੇਸੀ ਸਾਹਿਬ, ਬਾਬਾ ਜੀ, ਮਲਕੀਤ ਸਿੰਘ ਜੀ, ਤੁਸੀਂ ਮੈਨੂੰ ਇੱਥੇ ਬੁਲਾਇਆ, ਹਮੇਸ਼ਾ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਤੇ ਅੱਗੋਂ ਵੀ ਸਾਡੇ ਲਈ ਕੋਈ ਸੇਵਾ ਹੋਵੇ ਜ਼ਰੂਰ ਦੱਸੋ। ਮੀਡੀਆ ਨੂੰ ਜ਼ਰੂਰ ਸਪੋਰਟ ਕਰੋ, ਭਾਵੇਂ ਟਾਈਮਜ਼ ਆਫ ਏਸ਼ੀਆ, ਭਾਵੇਂ ਅਸੀਂ ਚੜ੍ਹਦੀ ਕਲਾ, ਭਾਵੇਂ ਮਨਜੀਤ ਭਾਜੀ ਨੇ। ਦੇਖੋ ਮੀਡੀਆ ਨੂੰ ਵੀ ਸਪਾਂਸਰਸ਼ਿਪਸ ਚਾਹੀਦੀਆਂ ਹੁੰਦੀਆਂ ਨੇ ਆਪਣੇ ਖਰਚੇ ਕੱਢਣ ਲਈ, ਸਾਰਾ ਕੁਝ ਕੱਢਣ ਲਈ। ਜ਼ਰੂਰ ਅਪੀਲ ਕਰਾਂਗਾ ਮੀਡੀਆ ਨੂੰ ਵੀ ਨਾਲ ਜਿੱਥੋਂ ਕਿੱਥੋਂ ਵੀ ਕਿੱਧਰੋਂ ਕਿਸੇ ਢੰਗ ਨਾਲ ਵੀ ਸਪਾਂਸਰਸ਼ਿਪਸ ਮਿਲ ਸਕਣ, ਜ਼ਰੂਰ ਦਵਾਓ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਜੀ। ਸਾਧ ਸੰਗਤ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਜਿਹੜੇ ਆਪਣਾ ਸਿੱਖ ਯੂਥ ਦੇ ਨਾਲ ਜੁੜੇ ਆ, ਤੇ ਜਿਹਨੇ ਮਲਕੀਤ ਭਾਜੀ ਗੁਰਪ੍ਰੀਤ ਖਾਲਸਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨਾ ਵੀ ਯੂਥ ਅੱਗੇ ਆ ਕੇ ਜਿੰਨੀ ਵੀ ਸੇਵਾ ਕੀਤੀ, ਤੇ ਟਾਈਮ 2-4 ਮਹੀਨੇ ਯਾਦ ਕਰੀਦੇ ਕਿੱਦਾਂ ਸੇਵਾ ਅੱਗੇ, ਸਾਰਾ ਯੂਥ ਅੱਗੇ ਆ ਕੇ ਸੇਵਾ ਕੀਤੀਆਂ, ਕਿੱਦਾਂ ਡਿਲੀਵਰੀਜ਼ ਵਾਸਤੇ ਆਪਣਾ ਵੀਕਐਂਡਸ ਤੇ ਵੀਕਡੇਜ਼ ਤੇ ਆਪਣੇ ਆਪਣੇ ਕੰਮਾਂ ਤੋਂ ਟਾਈਮ ਕੱਢ ਕੇ ਸਾਰੇ ਜਾਣੇ ਮੂਹਰੇ ਆ ਕੇ ਇਕੱਠੇ ਹੋ ਕੇ ਸਭ ਨੇ ਆਪਣਾ ਗਰੋਸਰੀਜ਼ ਰਾਸ਼ਨ ਘਰੇ ਵੰਡਿਆ ਜਾ ਕੇ ਡਿਲੀਵਰੀਆਂ ਲਾਈਆਂ ਸਾਰਿਆਂ ਦਾ ਧੰਨਵਾਦ। ਤੇ ਇਹੀ ਬੇਨਤੀ ਆ ਜੀ, ਅੱਗੇ ਵੱਧ ਤੋਂ ਵੱਧ ਆਓ, ਅੱਗੇ ਵੱਧ ਤੋਂ ਵੱਧ ਸਪੋਰਟ ਕਰੋ, ਵੱਧ ਤੋਂ ਵੱਧ ਸੇਵਾ ਕਰੋ। ਸੇਵਾ ਕਰਕੇ ਹੀ ਤੇ ਮੇਨ ਇਹ ਸੀਗਾ ਮੋਟਿਵ ਵੀ, ਕੋਈ ਸੇਵਾ ਕਰਕੇ ਵੀ ਫਲ ਦੀ ਇੱਛਾ ਨਹੀਂ ਸੀਗੀ ਜੋ ਸਿੱਖ ਯੂਥ ਦਾ ਮੇਨ ਸੀਗਾ। ਵੀ ਕਈ ਹੁੰਦਾ ਨਾ ਵੀ ਸੇਵਾ ਕਰਕੇ ਰੱਖਦੇ ਇੱਛਾ ਵੀ ਹਾਂ ਸਾਡੇ ਇੱਧਰ ਪਬਲਿਸਿਟੀ ਹੋਊਗੀ, ਇੱਦਾਂ ਹੋਊਗਾ, ਇੱਦਾਂ ਦਾ ਕੁਛ ਨਹੀਂ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਆਪ ਸਭ ਸੰਗਤ ਨੇ ਸੇਵਾ ਕੀਤੀ, ਉਹ ਸੇਵਾ ਨੂੰ ਬੂਰ ਪਿਆ ਤੇ ਅੱਜ ਕੈਨੇਡਾ ਦੀ ਗੌਰਮੈਂਟ ਨੇ ਤੁਹਾਨੂੰ ਹੋਰ ਵੱਡੇ ਕਦਮ ਪੁੱਟਣ ਵਾਸਤੇ, ਹੋਰ ਸੇਵਾ ਕਰਨ ਵਾਸਤੇ, ਆਪਣੀ ਸੇਵਾ ਵੀ ਉਹਨਾਂ ਨੇ ਤੁਹਾਡੀ ਸੇਵਾ ਦੇ ਵਿੱਚ ਹਿੱਸਾ ਪਾਇਆ। ਕੈਨੇਡਾ ਸਰਕਾਰ ਦਾ ਅਤੇ ਜਿੰਨੇ ਵੀ ਵੀਰ ਵਲੰਟੀਅਰ ਸੇਵਾ ਕਰਦੇ, ਇਹਨਾਂ ਸਭ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਇਹਨਾਂ ਬਹੁਤ ਬਹੁਤ ਧੰਨਵਾਦ। ਇਹਨਾਂ ਨੂੰ
ਖੁਸ਼ੀ ਦੇ ਵਿੱਚ ਇੱਕ ਜਕਾਰਾ ਛੱਡੀਏ, ਬੋਲੇ ਸੋ ਨਿਹਾਲ। ਤੇ ਆਪਾਂ ਆਸ ਕਰਦੇ ਹਾਂ ਵੀ ਅੱਗੇ ਤੋਂ ਵੀ ਜੇ ਕਦੀ ਕਿਤੇ ਵੀ ਕੋਈ ਕਿਸੇ ਕਿਸਮ ਦੀ ਸੇਵਾ ਦੀ ਕਿਤੇ ਲੋੜ ਪਵੇ ਤੇ ਆਪਾਂ ਇਸੇ ਤਰ੍ਹਾਂ ਹੀ ਰਲ ਮਿਲ ਕੇ ਹੱਲਾ ਮਾਰ ਕੇ ਵੱਧ ਚੜ੍ਹ ਕੇ ਸੇਵਾ 'ਚ ਹਿੱਸਾ ਪਾਈਏ। ਇਤਨੀਆਂ ਕੀ ਬੇਨਤੀਆਂ ਬੋਲਦਾ ਫਤਿਹ ਵਜਾਉਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਸਾਡੇ ਵਿੱਚ ਤਾਂ ਇਦਾਂ ਹੁੰਦੀ ਆ, ਮੈਂ ਗੁਰਪ੍ਰੀਤ ਸਿੰਘ ਨੂੰ ਕਹਿ ਰਿਹਾ ਸੀ ਵੀ ਸਟੇਜ ਦੀ ਸੇਵਾ ਤੁਸੀਂ ਸਾਂਭਣੀ ਆ, ਪਰ ਆਮ ਸੰਸਥਾ ਦੇ ਵਿੱਚ ਇਹ ਹੁੰਦਾ ਵੀ ਬੁਲਾਰੇ ਸਮਾਂ ਤੇ ਜ਼ਿਆਦਾ ਹੁੰਦੇ ਆ ਬੋਲਣ ਵਾਲੇ, ਵੀ ਮੈਂ ਮਾਈਕ ਫੜਨਾ, ਪਰ ਸਾਡੇ ਵਿੱਚ ਸੇਵਾ ਭਾਵਨਾ ਜ਼ਿਆਦੀ ਆ, ਪਰ ਸਾਡੇ ਕੋਲ ਬੋਲਣ ਵਾਲਾ ਬੰਦਾ ਹੈ ਨਹੀਂ। ਉਹ ਮੈਂ ਹੁਣ ਵੀ ਗੁਰਪ੍ਰੀਤ ਸਿੰਘ ਨੂੰ ਬੇਨਤੀ ਕਰਦਾ, ਪਰ ਮੈਂ ਹੁਣ ਸੰਗਤ ਦੇ ਸਾਹਮਣੇ ਇਹ ਗੱਲ ਕਹਿ ਦੇਣ ਲੱਗਾ ਵੀ ਗੁਰਪ੍ਰੀਤ ਸਿੰਘ ਜੀ, ਇਹ ਕੰਮ ਨੂੰ ਹੁਣ ਤੁਸੀਂ ਸਾਂਭੋ, ਇਹਨੂੰ ਚੰਗਾ ਬਣਾ ਲਓ ਜਾਂ ਮਾੜਾ ਬਣਾ ਲਓ। ਸਤਿ ਸ੍ਰੀ ਅਕਾਲ। ਤੇ ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂ, ਮੇਰਾ ਛੋਟਾ ਵੀਰ ਦਲਜੀਤ ਸਿੰਘ ਜੀ, ਉਹ ਵੀ ਆਪਣੇ ਆ ਕੇ 2 ਸ਼ਬਦ ਕਹਿਣ, ਤੇ ਹੋਰ ਵੀ ਵੀਰ ਜਿਹੜਾ ਮੇਰਾ ਬੋਲਣਾ ਚਾਹੁੰਦਾ ਉਹ ਇਸ ਸਟੇਜ ਤੋਂ ਆ ਕੇ ਬੋਲ ਸਕਦਾ। ਵੀਰ ਜੀ, ਮੈਂ ਇਹਦੇ ਨਾਲ ਇੱਕ ਗੱਲ ਹੋਰ ਕਹਿ ਦੇਣਾ ਵੀ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਆ, ਪਰ ਜੇ ਆਪਾਂ ਗਲਤੀ ਸਾਹਮਣੇ ਦੱਸ ਦਈਏ ਤਾਂ ਉਹਨੂੰ ਸੁਧਾਰਿਆ ਜਾ ਸਕਦਾ। ਜੇ ਆਪਾਂ ਪਿੱਠ ਪਿੱਛੇ ਕਰਾਂਗੇ ਤਾਂ ਉਹ ਗਲਤੀ ਸੁਧਾਰੀ ਨਹੀਂ ਜਾਣੀ। ਆ ਜਿਹੜੀ ਸਾਡੀ ਛੋਟੀ ਭੈਣ ਆ, ਇਹ ਸਟੱਡੀ ਬੇਸ 'ਤੇ ਇੱਥੇ ਆਈ ਸੀ, ਇਹ ਵੀ ਸਿੱਖ ਯੂਥ ਐਡਵੈਂਟਰ ਦੇ ਨਾਲ ਆਪਣੇ ਆਪ ਆ ਕੇ ਜੁੜੀ ਆ। ਇਹ ਜਿਹੜਾ ਮੇਰਾ ਛੋਟਾ ਵੀਰ ਆ, ਇਹ ਵੀ ਫੋਨ ਕਰਕੇ ਆਪਣੇ ਆਪ ਜੁੜਿਆ ਵੀ ਭਾਜੀ ਅਸੀਂ ਤੁਹਾਡੇ ਨਾਲ ਸੇਵਾ ਕਰਨੀ ਚਾਹੁੰਦੇ ਹਾਂ। ਮੈਂ ਹਰੇਕ ਨੂੰ ਇਹ ਬੇਨਤੀ ਕਰਦਾ ਵੀ ਜਿਹੜੀ ਸਟੇਜ ਆ, ਇਹ ਤੁਹਾਡੀ ਸਟੇਜ ਆ, ਜਿਹੜੀ ਵੀ ਤੁਸੀਂ ਗੱਲ ਚੰਗੀ ਕਰੋਗੇ ਅਸੀਂ ਤੁਹਾਡੇ ਨਾਲ ਆ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਵੀਰ ਨੇ ਹੋਰ 2 ਸ਼ਬਦ ਬੋਲਣੇ ਆ, ਉਹ ਆ ਕੇ ਤੇ ਬੋਲ ਸਕਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਧੰਨਵਾਦ ਕਰਦੇ ਹਾਂ ਆਪਾਂ ਗੁਰੂ ਰਾਮਦਾਸ ਜੀ ਦਾ, ਜਿਨੀ ਸੇਵਾ ਬਖਸ਼ੀ ਤੇ ਅਸੀਂ ਕੀਤੀ। ਜਦੋਂ ਅਸੀਂ ਸੇਵਾ ਸ਼ੁਰੂ ਕੀਤੀ ਤੇ ਮੈਂ ਸਟੇਟਸ ਪਾਇਆ ਆਪਾਂ ਸੇਵਾ ਕਰਨੀ ਹੈ, ਤਾਂ ਮੈਨੂੰ ਕੁਛ ਵੀਰਾਂ ਨੇ ਟੀਚਰਾਂ ਕੀਤੀਆਂ ਨਾ ਵੀ ਤੁਸੀਂ ਸੇਵਾ ਕਰਨੀ ਆ, ਰਾਜਾ ਬਣਨਾ। ਮੈਂ ਗੁਰੂ ਸਾਹਿਬ ਕਿਰਪਾ ਕਰਨਗੇ ਤਾਂ ਕਰਾਂਗੇ। ਸਿੱਖੀ ਦਾ ਮੋਢੀ ਹੀ ਸੇਵਾ। ਸਭ ਤੋਂ ਪਹਿਲੇ ਸੇਵਾ ਸ਼ੁਰੂ ਹੁੰਦੀ ਆ ਤਾਂ ਫਿਰ ਹੀ ਅਸੀਂ ਕੋਈ ਕਾਜ ਕਰ ਸਕਦੇ ਹਾਂ। ਅਤੇ ਭਾਈ ਕਨ੍ਹਈਆ ਜੀ ਨੇ ਸੇਵਾ ਕੀਤੀ ਸੀ, ਯੁੱਧ ਦੇ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾਇਆ ਸੀ। ਅਤੇ ਉਹ ਜਦੋਂ ਨਾ ਪਹਿਲੇ ਗੱਲ ਕਰਦੀ ਸੀ, ਇੱਕ ਦਿਨ ਮੈਂ ਤਾਂ ਭਾਜੀ ਗੱਲ ਕਰਦੇ ਸੀਗੇ, ਮਲਕੀਤ ਭਾਜੀ ਕਹਿੰਦਾ ਵੀ ਉਹਨਾਂ ਨੂੰ ਵੀ ਪੈਸੇ ਮਿਲ ਗਏ, ਉਹ ਵੀ ਲੈ ਗਏ ਨਾ। ਮੈਂ ਕਿਹਾ ਭਾਈ ਜੇ ਸਾਡੀ ਸੇਵਾ ਸਹੀ ਹੋ ਗਈ, ਗੁਰੂ ਸਾਹਿਬ ਸਾਡੇ ਵੀ ਕਿਰਪਾ ਕਰਨਗੇ, ਸਾਨੂੰ ਵੀ ਮਾਇਆ ਦੇਣਗੇ। ਮਾਇਆ ਉਹ ਤਾਂ ਸਾਨੂੰ ਆਈ ਨਹੀਂ, ਕਮੀ ਆਈ ਨਹੀਂ। ਅਤੇ ਮੈਂ ਗੌਰਮੈਂਟ ਦਾ ਬਹੁਤ ਧੰਨਵਾਦ ਕਰਦਾ, ਜਿੰਨੇ ਮੇਰੇ ਵਲੰਟੀਅਰ ਵੀਰ ਆਏ ਆ, ਸੇਵਾਦਾਰ ਆ, ਮੈਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦਾ। ਅਤੇ ਗੁਰੂ ਸਾਹਿਬ ਇੱਦਾਂ ਹੀ ਸੇਵਾ ਕਰਵਾਈ ਜਾਣ ਅਤੇ ਆਪਣੀ ਸੇਵਾ ਬਖਸ਼ੀ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਮੇਰੇ ਜ਼ਿਹਨ ਦੇ ਵਿੱਚ ਹੁਣੇ ਆਈ ਆ ਗੁਲਜ਼ਾਰ ਭਾਜੀ, ਜਿਹੜੀ ਆਪਾਂ ਸੇਵਾ ਪਹਿਲਾਂ ਕਰਦੇ ਸੀ ਨਾ, ਉਹਦੇ ਵਿੱਚ ਵੀ ਆਪਣੇ ਕੋਲ $4900 ਆਪਣੇ ਅਕਾਊਂਟ ਵਿੱਚ ਪਿਆ। ਜਿਹੜੀ ਆਪਾਂ ਪਹਿਲੀ ਸੰਗਤ ਦੇ ਪੈਸੇ ਆ, $4900 ਆਪਣੇ ਕੋਲ ਬੈਂਕ ਵਿੱਚ ਪਿਆ ਜੀ। Thank you everybody for coming out. Today is a very, very, very happy day. I'm very proud of you guys that we worked hard and you guys have been working hard before this. I'm very happy that I joined you guys because throughout this COVID-19 there were a lot of people put on charity events just for things like this, to receive grants and to make a name. But I saw a group that was actually doing it for the people, and now that you guys have this grant has come through, it's gonna give it a big push for you guys to give back to the community a little bit more. I'm very thankful for all the MLAs and the MPs that came out, because without them recognizing all of this wouldn't be possible. It's really hard to do anything with just money from our like people like us that are just helping out. We need the government to help out. We need the government to recognize groups that are actually trying to do hard work and trying to give back to the community out of their own pocket. And if they do that, and if the money gets into the right hands, like Paji Malkit just says that, you know, he came out and told everybody how much the grant was. I don't think
anybody out there is actually telling what they got and what they didn't get, and that's none of our business, but that's really good. And the clarity in all of this, I really like that, and I hope that everybody here recognizes that, and in the future you guys come out even stronger, and we show them that, hey, you depended on us this time, and we come back harder, and we show you guys that we're ready to give back to the community even more and more. Thank you everybody for coming out. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਕੇ ਕਾਰਜ ਆਪ ਖਲੋਇਆ ਹਰ, ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿੱਦਾਂ ਕਿ ਪਹਿਲਾਂ ਵੀ ਆਪ ਜੀ ਨਾਲ ਬੇਨਤੀ ਕੀਤੀ ਸੀ ਕਿ ਜੋ ਇਹ ਕਾਰਜ ਗੁਰੂ ਸਾਹਿਬ ਨੇ ਸਾਨੂੰ ਸੇਵਾ ਬਖਸ਼ੀ ਸੀ, ਇਹ ਗੁਰੂ ਸਾਹਿਬ ਦੀ ਸੇਵਾ ਹੀ ਸੀ। ਸੋ ਗੁਰੂ ਸਾਹਿਬ ਨੇ ਆਪਣੀ ਸੇਵਾ ਆਪ ਹੀ ਕਰਾਈ ਆ ਅਤੇ ਆਪ ਹੀ ਕਰਾਉਂਦੇ ਆ। ਸੋ ਜਿੱਦਾਂ ਵੀ ਭਾਈ ਸਾਹਿਬ ਨੇ ਪਹਿਲਾਂ ਵੀ ਤੁਹਾਨੂੰ ਦੱਸ ਛੱਡਿਆ ਕਿ ਜਿਹੜੀ ਗ੍ਰਾਂਟ ਮਿਲੀ ਆ, ਸੋ ਸੰਗਤ ਦੇ ਸਾਹਮਣੇ ਰੱਖਿਆ ਜੋ ਵੀ ਮਿਲੀ ਆ, ਪਰ ਆਪਣਾ ਜੋ ਮਨੋਰਥ ਸੀ ਉਹ ਸਿਰਫ ਸੇਵਾ ਭਾਵਨਾ ਸੀ। ਸੋ ਇਹ ਨਹੀਂ ਸੀ ਆਪਾਂ ਮਿੱਥ ਕੇ ਚੱਲੇ ਕਿ ਜੋ ਆਪਾਂ ਮਾਇਆ ਦੇ ਲਈ ਕਰਨਾ, ਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ। ਜਿੱਦਾਂ ਕਿ ਗੁਰੂ ਸਾਹਿਬ ਦਾ ਕਾਰਜ ਆ, ਗੁਰੂ ਸਾਹਿਬ ਆਪ ਹੀ ਉਦਮ ਬਲ ਬਖਸ਼ਦੇ ਆ ਕਿ ਅੱਗੋਂ ਵੀ ਅਸੀਂ ਹੋਰ ਵੱਧ ਚੜ੍ਹ ਕੇ ਸੇਵਾ ਕਰ ਸਕੀਏ। ਸੋ ਬਹੁਤ ਬਹੁਤ ਧੰਨਵਾਦ ਵਲੰਟੀਅਰ ਵੀਰਾਂ ਦਾ। ਬਾਕੀ ਇਹ ਸਮਾਂ ਵੀ ਬਹੁਤ ਇਹੋ ਜਿਹਾ ਸੀ ਕਿ ਕੋਈ ਕਿਸੇ ਦੇ ਕੋਲ ਖੜ ਕੇ ਨਹੀਂ ਰਾਜੀ, ਕੋਈ ਕਿਸੇ ਦੇ ਨਾਲ ਗੱਲ ਕਰਕੇ ਵੀ ਨਹੀਂ ਰਾਜੀ ਸੀ। ਸੋ ਜੋ ਵੀ ਸੇਵਾਦਾਰ ਵੱਧ ਚੜ੍ਹ ਕੇ ਅੱਗੇ ਆਏ, ਗੁਰੂ ਸਾਹਿਬ ਦੀ ਸੇਵਾ ਬਖਸ਼ ਕੇ ਸਮਝ ਕੇ ਕੀਤੀ। ਸੋ ਬਹੁਤ ਬਹੁਤ ਧੰਨਵਾਦ ਵਲੰਟੀਅਰ ਵੀਰਾਂ ਦਾ ਵੀ। ਅਤੇ ਜੋ ਸੰਗਤ ਹੈ, ਜੋ ਸੰਗਤ ਦਾ ਬਹੁਤ ਵੱਡਾ ਯੋਗਦਾਨ ਆ, ਜੋ ਕਿ ਉਸ ਸਮੇਂ ਉਹਨਾਂ ਨੇ ਹੈਲਪ ਕੀਤੀ ਆਪਣਾ ਦਸਵੰਧ ਕੱਢ ਕੇ, ਅਤੇ ਸੰਗਤ 'ਤੇ ਸਾਡੇ ਸਾਰਿਆਂ 'ਤੇ ਭਰੋਸਾ ਕਰਕੇ ਆਪਣਾ ਦਸਵੰਧ ਦੀ ਮਾਇਆ ਵਿੱਚ ਯੋਗਦਾਨ ਪਾਇਆ। ਸੋ ਬਹੁਤ ਬਹੁਤ ਧੰਨਵਾਦ ਸੰਗਤ ਦਾ ਵੀ। ਅਤੇ ਜੋ ਲੋੜਵੰਦ ਪਰਿਵਾਰ ਸੀ ਉਹ ਵੀ ਵੱਧ ਚੜ੍ਹ ਕੇ ਅੱਗੇ ਆਏ ਬਿਨਾਂ ਕਿਸੇ ਝਿਜਕ ਤੋਂ। ਸੋ ਕਿਉਂਕਿ ਘਰ ਗੁਰੂ ਨਾਨਕ ਦੇਵ ਜੀ ਦਾ, ਤੋ ਗੁਰੂ ਸਾਹਿਬ ਸਭਨਾਂ ਨੂੰ ਉਪਦੇਸ਼ ਦਿੰਦੇ ਆ ਕਿ ਸਾਰੇ ਇੱਕੋ ਹੀ ਆਪਾਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਹੈ ਨਾ, ਕੋਈ ਕੁਛ ਨਹੀਂ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸੋ ਗਵਰਨਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਗੁਰੂ ਸਾਹਿਬ ਅੱਗੋਂ ਵੀ ਇੱਦਾਂ ਹੀ ਸੇਵਾ ਲੈਂਦੇ ਰਹਿਣ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸੋ ਇੱਕ ਜੈਕਾਰਾ ਗਜਾਉਣਾ ਚਾਹੁੰਦਾ। ਸੋ ਸਾਰੇ ਹਾਜ਼ਰੀ ਪਾਉਣ, ਖੁਸ਼ੀਆਂ ਦਾ ਜੈਕਾਰਾ ਗਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅਤੇ ਮੈਂ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹੁੰਦਾ, ਜਿੱਥੇ ਜਿੱਥੇ ਨਾਲ ਸਾਡੇ ਆਪਾਂ ਨੂੰ ਇਹ ਮਾਇਆ ਤਾਂ ਜ਼ਰੂਰ ਮਿਲੀ ਆ, ਪਰ ਇਸ ਦੇ ਨਾਲ ਨਾਲ ਸਿੱਖ ਯੂਥ ਐਡਮਿੰਟਨ ਦੀਆਂ ਅਤੇ ਵਲੰਟੀਅਰ ਵੀਰਾਂ ਦੀਆਂ ਜ਼ਿੰਮੇਵਾਰੀਆਂ ਵੀ ਥੋੜ੍ਹੀਆਂ ਜ਼ਿਆਦਾ ਵੱਧ ਗਈਆਂ ਕਿ ਹੁਣ ਆਪਾਂ ਇਹਨੂੰ ਬੜੇ ਸੁਚੱਜੇ ਢੰਗ ਦੇ ਨਾਲ ਇਸ ਮਾਇਆ ਨੂੰ ਵਰਤਣਾ ਲੋੜਵੰਦਾਂ ਤੱਕ, ਅਤੇ ਤਾਂ ਕਿ ਗੌਰਮੈਂਟ ਦੀਆਂ ਨਿਗਾਹ ਵਿੱਚ ਤੁਹਾਡਾ ਜਿਹੜਾ ਇਮੇਜ ਆ ਉਹ ਹੋਰ ਵੀ ਬੈਟਰ ਬਣ ਸਕੇ। ਮੇਰੀ ਇਹ ਹੱਥ ਬੰਨ੍ਹ ਕੇ ਬੇਨਤੀ ਆ ਵਲੰਟੀਅਰ ਵੀਰਾਂ ਨੂੰ ਅਤੇ ਹੋਰ ਵੀ ਜਿਹੜੇ ਮੋਹਤਬਾਰ ਸੱਜਣ ਨੇ ਕਿ ਇਹ ਮਾਇਆ ਲੈਣੀ ਬਹੁਤ ਸੌਖੀ ਆ, ਪਰ ਲੈ ਕੇ ਇਸ ਨੂੰ ਵਰਤਣਾ ਬਹੁਤ ਔਖਾ ਆ। ਅਤੇ ਮੈਂ ਨਾਲ ਨਾਲ ਮਨਜੀਤ ਵੀਰ ਜੀ ਤੁਹਾਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਕਿ ਤੁਸੀਂ ਸਿਟੀ ਵਿੱਚ ਹੁੰਦੇ ਹੋ ਅਤੇ ਇਹਨਾਂ ਸੇਵਾਵਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਨਿਭਾਉਣਾ। ਅਤੇ ਨਾਲ ਨਾਲ ਮੈਂ ਇੱਕ ਬੇਨਤੀ ਰੱਖਣੀ ਜੋ ਨੌਜਵਾਨ ਵੀਰਾਂ ਨੇ ਆ ਵੀ ਦਸੰਬਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹੁੰਦੇ ਨੇ, ਵੀ ਉਹਨਾਂ ਨੂੰ ਆਪਾਂ ਕਿਵੇਂ ਮਨਾਈਏ, ਜਿਹੜਾ ਆਪਾਂ ਆਪਣੇ ਬੱਚਿਆਂ ਤੱਕ ਜਿਹੜਾ ਮੈਸੇਜ ਆ ਉਹ ਵਧੀਆ ਤਰੀਕੇ ਨਾਲ ਦੇ ਸਕੀਏ। ਅਤੇ ਮੈਂ ਆਸ ਕਰਦਾ ਵੀ ਜਿਹੜਾ ਵੀ ਵੀਰ ਇਹਦੇ ਵਿੱਚ ਯੋਗਦਾਨ ਪਾਉਂਦਾ ਚਾਹੁੰਦਾ ਉਹ ਆਪਣੇ ਜਿਹੜੇ ਸੁਝਾਅ ਆ ਉਹ ਦੱਸੇ ਆ ਕੇ ਕਿ ਆਪਾਂ ਉਸ ਨੂੰ ਕਿਵੇਂ ਕਰ ਸਕੀਏ ਅਤੇ ਕਿਵੇਂ ਕਰੀਏ। ਫੋਨ ਨੰਬਰ ਦਿੰਦਾ ਵੀ ਜਾਣੀ ਕਿ ਜਿਹੜੇ ਵੀ ਲੋੜਵੰਦ ਪਰਿਵਾਰ ਆ, ਮੇਰਾ ਨਾਮ ਮਲਕੀਤ ਸਿੰਘ ਢੇਸੀ, ਮੇਰਾ ਫੋਨ ਨੰਬਰ 7802365437 780 236 5437। ਵੀਰ ਗੁਰਪ੍ਰੀਤ ਸਿੰਘ, ਉਹਨਾਂ ਦਾ ਫੋਨ ਨੰਬਰ 5879843644 587 984 3644। ਜਿਹੜੇ ਵੀ ਲੋੜਵੰਦ ਵੀਰ ਭਰਾ ਆ, ਉਹ ਜਿਨ੍ਹਾਂ ਨੂੰ ਵੀ ਕਿਸੇ ਹੈਲਪ ਦੀ ਲੋੜ ਆ, ਉਹ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ। ਇੱਕ ਵਾਰੀ ਮੈਂ ਫਿਰ ਅਮਾਊਂਟ ਬੋਲ ਦੇਵਾਂ ਕਿਉਂਕਿ ਮੈਂ 69 ਕਹਿ ਗਿਆ ਸੀ। $79,962.40 ਅਤੇ ਜਿਹੜੀਆਂ ਦੂਜੀਆਂ ਪੇਮੈਂਟ ਆ ਉਹ ਹੈਗੀਆਂ $9,995.30 ਅਤੇ ਜਿਹੜੀ ਥਰਡ ਲਾਸਟ ਵਨ ਹੈ ਉਹ ਵੀ ਸੇਮ ਆ $9,995.30।
ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਅੱਜ ਇਹ ਦੱਸਦਿਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਿੱਖ ਯੂਥ ਐਡਮਿੰਟਨ ਜੋ 2010 ਤੋਂ ਮਾਨਵਤਾ ਦੀ ਸੇਵਾ ਕਰਦੀ ਹੈ, ਮਨੁੱਖਤਾ ਦੀ ਸੇਵਾ ਕਰਦੀ ਹੈ, ਆਪਣੇ ਸਮਾਜ ਦੀ ਸੇਵਾ ਕਰਦੀ ਹੈ, ਇਹ 2010 ਤੋਂ ਸੇਵਾ 'ਚ ਲੱਗੀ ਹੋਈ ਹੈ ਅਤੇ ਲਗਾਤਾਰ ਇਹ ਸੇਵਾਵਾਂ ਜਿਹੜੀਆਂ ਨੇ ਜਾਰੀ ਨੇ। ਸਿੱਖ ਯੂਥ ਐਡਮਿੰਟਨ ਨੇ ਭਾਵੇਂ ਦਮਾਲਿਆਂ ਦੀ ਸੇਵਾ, ਬੱਚਿਆਂ ਨੂੰ ਸਿਖਾਉਣ ਦੀ, ਦਸਤਾਰਾਂ ਦੀ ਸੇਵਾ, ਆਪਣੇ ਵਿਰਸੇ ਨਾਲ ਜੋੜਨ ਦੀ ਜਿੱਥੇ ਸੇਵਾ ਕੀਤੀ ਹੈ, ਉੱਥੇ ਜਦੋਂ ਫੋਰਡ ਮੈਕਮਰੀ ਵਿੱਚ ਅੱਗ ਲੱਗੀ ਉਦੋਂ ਵੀ ਜਿੱਥੇ ਉਹਨਾਂ ਨੇ ਫੰਡ ਇਕੱਤਰ ਕੀਤਾ, ਮਾਇਆ ਦਿੱਤੀ, ਉਹ ਵੱਖਰੀ ਗੱਲ, ਪਰ ਉਦੋਂ ਵੀ ਇਹਨਾਂ ਦੇ ਨੌਜਵਾਨਾਂ ਨੇ ਇੱਥੋਂ ਰਸਦ ਇਕੱਠੀ ਕਰਕੇ ਉੱਥੇ ਰਸਦ ਵੀ ਪਹੁੰਚਾਉਣ ਦਾ ਉਪਰਾਲਾ ਕੀਤਾ। ਅਤੇ ਉਸ ਰੈੱਡ ਕਰਾਸ ਨੂੰ ਅਤੇ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿੰਨੇ ਤਨਦੇਹੀ ਨਾਲ ਉਦੋਂ ਵੀ ਜਿਹੜੇ ਨੌਜਵਾਨ ਨੇ ਇਹਨਾਂ ਨੇ ਸੇਵਾ ਕੀਤੀ। ਅਤੇ ਉਸ ਤੋਂ ਬਾਅਦ ਜਿੱਥੇ ਐਡਾ ਲੰਮਾ ਇਤਿਹਾਸ ਜਿਹੜੀ ਸੰਸਥਾ ਦਾ ਹੋਵੇ, ਤੁਹਾਨੂੰ ਪਤਾ ਉਹਦੇ ਜਿਹੜੇ ਵਰਕਰ ਨੇ, ਉਹਦੇ ਜਿਹੜੇ ਆਗੂ ਨੇ, ਉਹਨਾਂ ਦੀਆਂ ਜਿਹੜੀਆਂ ਨਸਾਂ 'ਚ ਖੂਨ ਹੈ ਸੇਵਾ ਵਾਲਾ। ਜਦੋਂ ਫਿਰ ਕਰੋਨਾ ਦਾ ਮਹਾਂਮਾਰੀ ਦਾ ਕਹਿਰ ਵਰਤਿਆ ਐਡਮਿੰਟਨ ਵਿੱਚ, ਇੱਥੇ ਅਸੀਂ ਦੇਖਿਆ ਭਾਵੇਂ ਕਿ ਕਰੋਨਾ ਸਾਰੀ ਦੁਨੀਆ ਵਿੱਚ ਵੱਡੀ ਪੱਧਰ 'ਤੇ ਫੈਲਿਆ, ਪਰ ਐਡਮਿੰਟਨ ਵਿੱਚ ਜਦੋਂ ਅਸੀਂ ਵੇਖਿਆ ਇੱਥੇ ਲੋੜਵੰਦਾਂ ਨੂੰ ਲੰਗਰਾਂ ਦੀ ਸਭ ਤੋਂ ਵੱਡੀ ਗੱਲ, ਸਭ ਮਨੁੱਖ ਹਰ ਚੀਜ਼ ਤੋਂ ਬਿਨਾਂ ਸਹਾਰ ਲੈਂਦਾ, ਪਰ ਖਾਣੇ ਬਿਨਾਂ ਅਤੇ ਪਾਣੀ ਬਿਨਾਂ ਸਹਾਰਨਾ ਬਹੁਤ ਔਖਾ ਹੈ। ਅਤੇ ਉਦੋਂ ਜਦੋਂ ਫਿਰ ਸਿੱਖ ਯੂਥ ਐਡਮਿੰਟਨ ਨੇ ਤਹਈਆ ਕੀਤਾ, ਜਦੋਂ ਕਰੋਨਾ ਦਾ ਕਹਿਰ ਸ਼ੁਰੂ ਹੋਇਆ, ਮਾਰਚ ਤੋਂ ਸ਼ੁਰੂ ਕੀਤਾ। ਪਹਿਲਾਂ ਤਾਂ ਬਣਾ ਕੇ ਲੰਗਰ ਵਰਤਾਇਆ 1-2 ਹਫ਼ਤੇ, ਜਦੋਂ ਫਿਰ ਸਰਕਾਰ ਦੀਆਂ ਗਾਈਡਲਾਈਨਸ ਆਈਆਂ ਉਸ ਤੋਂ ਬਾਅਦ ਸੁੱਕੀ ਰਸਦ ਅਸੀਂ ਇਕੱਤਰ ਕੀਤੀ, ਬੇਨਤੀ ਕੀਤੀ। ਵੱਡੀ ਪੱਧਰ 'ਤੇ ਭਾਈਚਾਰੇ ਦੇ ਲੋਕਾਂ ਨੇ, ਕਾਰੋਬਾਰੀਆਂ ਨੇ ਸਾਡਾ ਸਹਿਯੋਗ ਦਿੱਤਾ। ਉਹ 'ਚ ਸਭ ਤੋਂ ਵੱਡੀ ਜੇ ਅਸੀਂ ਕਹੀਏ ਸਾਨੂੰ ਸਾਥ ਦਿੱਤਾ ਪੰਜਾਬੀ ਮੀਡੀਏ ਨੇ, ਵਿਸ਼ੇਸ਼ ਕਰਕੇ ਮੇਰੇ ਸਤਿਕਾਰਯੋਗ ਵੀਰ ਸੌਂਧੀ ਜੀ ਨੇ, ਵੀਰ ਮਨਜੀਤ ਸਿੰਘ ਅਤੇ ਵੀਰ ਹਰਪ੍ਰੀਤ ਸਿੰਘ ਚੜ੍ਹਦੀ ਕਲਾ ਵਾਲੇ, ਇਹਨਾਂ ਤਿੰਨਾਂ ਵੀਰਾਂ ਨੇ ਸਾਡਾ ਅੱਗੇ ਹੋ ਕੇ ਸਾਡੀ ਬਾਂਹ ਫੜੀ ਅਤੇ ਇਹਨਾਂ ਨੇ ਸਾਡੀ ਜਿਹੜੀ ਗੱਲ ਹੈ ਉਹ ਵੱਧ ਤੋਂ ਵੱਧ ਭਾਈਚਾਰੇ 'ਚ ਅਤੇ ਐਡਮਿੰਟਨ ਵਿੱਚ ਜਿੱਥੇ ਜਿੱਥੇ ਵੀ ਲੋੜਵੰਦ ਸੀ ਉਹਨਾਂ ਤੱਕ ਪਹੁੰਚਾਉਣ 'ਚ ਸਾਡੀ ਮਦਦ ਕੀਤੀ। ਅਤੇ ਇਹ ਜਿਹੜੀ ਮੀਡੀਆ ਦੀ ਕਵਰੇਜ ਕਾਰਨ ਹੋਈ ਹੈ, ਉਹਦੇ ਕਾਰਨ ਹੀ ਜਿੱਥੇ ਅਸੀਂ ਆਪਣੀ ਰਸਦ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ 'ਚ ਸਫਲ ਹੋਏ ਹਾਂ। ਅਤੇ ਸਾਡੇ ਸਤਿਕਾਰਯੋਗ ਮਿਨਿਸਟਰ ਸਾਹਿਬਾਨ ਅਲਬਰਟਾ ਗੌਰਮੈਂਟ ਦੇ ਅਤੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ, ਉਹ ਸਾਰਿਆਂ ਨੇ ਸ਼ਮੂਲੀਅਤ ਕੀਤੀ, ਇੱਥੇ ਆ ਕੇ ਸਾਡੇ ਨੌਜਵਾਨਾਂ ਦਾ ਹੌਸਲਾ ਵਧਾਇਆ। ਅਤੇ ਉਹ ਸਾਰੇ 'ਚ ਉਸ ਤੋਂ ਬਾਅਦ ਇਹਨਾਂ ਨੇ ਨੌਜਵਾਨਾਂ ਨੇ ਜਿਹੜੇ ਫਰੰਟ ਲਾਈਨ ਵਰਕਰਸ ਸੀ ਉਹਨਾਂ ਦਾ ਵੀ ਧੰਨਵਾਦ ਕੀਤਾ। ਅਤੇ ਇਹ ਬਹੁਤ ਚੰਗੀ ਗੱਲ ਸੀਗੀ ਭਾਈਚਾਰੇ ਵੱਲੋਂ ਜਾ ਕੇ ਫਾਇਰ ਵਾਲਿਆਂ ਦਾ, ਪੁਲਿਸ ਵਾਲਿਆਂ ਦਾ ਅਤੇ ਹੌਸਪੀਟਲ ਵਾਲਿਆਂ ਦਾ ਜਾ ਕੇ ਉਹ ਵੀ ਜਿਹੜਾ ਅਰੇਂਜ ਸੀ ਸਾਰਾ ਸੌਂਧੀ ਵੀਰ ਜੀ ਨੇ ਕੀਤਾ ਸੀ। ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਇਹਨਾਂ ਦੀ ਦੇਖੋ, ਤੁਹਾਨੂੰ ਚੰਗੇ ਸਲਾਹਕਾਰ ਕਿਸੇ ਵੀ ਸੰਸਥਾ ਨੂੰ ਮਿਲ ਜਾਣ ਤਾਂ ਉਹ ਸੰਸਥਾ ਬਹੁਤ ਉੱਚੀਆਂ ਮੰਜ਼ਲਾਂ ਤੱਕ ਚੱਲ ਜਾਂਦੀ ਹੈ। ਇਹੋ ਜਿਹੇ ਨਿਸ਼ਕਾਮ ਸਾਨੂੰ ਸਲਾਹਕਾਰ ਮਿਲੇ ਅਤੇ ਸਾਨੂੰ ਜਿੱਥੇ ਸਲਾਹਕਾਰ ਵਧੀਆ ਮਿਲੇ, ਸਾਡੀ ਲੀਡਰਸ਼ਿਪ ਵਧੀਆ ਸੀ, ਵੀਰ ਢੇਸੀ ਸਾਹਿਬ, ਵੀਰ ਗੁਰਪ੍ਰੀਤ ਜੀ, ਬਾਬਾ ਜੀ, ਜਿੱਥੇ ਵੀਰ ਦਲਜੀਤ ਸਿੰਘ, ਜਿੱਥੇ ਸਾਡੀ ਲੀਡਰਸ਼ਿਪ ਇੰਨੀ ਵਧੀਆ ਸੀ, ਉੱਥੇ ਸਾਡੇ ਜਿਹੜੇ ਸੇਵਾਦਾਰ ਨੇ ਉਹਨਾਂ 'ਚ ਜਜ਼ਬਾ ਬੜੇ ਕਮਾਲ ਦਾ ਸੀ। ਜਿੱਥੇ ਜਿੱਥੇ ਸਾਡੀ ਗੱਲ ਜਾਈ ਗਈ, ਸਾਨੂੰ ਆਪ ਨਹੀਂ ਪਤਾ ਹੁੰਦਾ ਸੀ ਵੀ ਸਾਡੇ ਕੋਲ ਕਿੰਨਾ ਲੰਗਰ ਆ ਜਾਣਾ, ਕਿੰਨੀ ਭੇਟਾਂ ਆ ਜਾਣੀਆਂ ਆਪਣੇ ਆਪ। ਕਿਉਂਕਿ ਹੁਣ ਤਾਂ ਮੈਂ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਲਬਰਟਾ ਦੀ ਜਿਹੜੀ ਫੈਡਰਲ ਸਰਕਾਰ ਹੈ ਅਤੇ ਰੈੱਡ ਕਰਾਸ ਹੈ, ਉਹਨਾਂ ਨੇ ਸਾਡੀਆਂ ਸੇਵਾਵਾਂ ਨੂੰ ਦੇਖਦੇ ਹੋਏ $1 ਲੱਖ ਸਾਨੂੰ ਗ੍ਰਾਂਟ ਮਨਜ਼ੂਰ ਕੀਤੀ ਹੈ। ਉਹਦਾ ਗੌਰਮੈਂਟ ਦਾ, ਸਾਡੇ ਲੋਕਲ MLA ਦਿਓਲ ਸਾਹਿਬ ਅਤੇ ਉਹਨਾਂ ਦੇ ਜਿਹੜਾ PA ਮੁੰਡਾ ਯਾਦਵਿੰਦਰ, ਉਹ ਬਹੁਤ ਉਹਨਾਂ ਦਾ ਧੰਨਵਾਦ। ਉਹਨਾਂ ਨੇ ਪੇਪਰ ਵਰਕ ਸਾਡੀ ਬਹੁਤ ਮਦਦ ਕੀਤੀ ਅਤੇ ਸਾਰਿਆਂ ਨੇ
ਮਿਨਿਸਟਰ ਸਾਹਿਬਾਨ ਵੀ ਕਈ ਆਏ, MLA ਸਾਹਿਬਾਨ ਵੀ ਆਏ, ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ। ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ। ਅਤੇ ਜਿਹੜੇ ਸਾਡੇ ਨੌਜਵਾਨ ਨਿਧੜਕ ਅਤੇ ਸੇਵਾਦਾਰ ਸੀ, ਇਹਨਾਂ ਨੇ ਜਦੋਂ ਇਹੋ ਜਿਹੇ ਹਾਲਾਤ ਹੋ ਗਏ ਸੀ, ਪੁੱਤ ਮਾਵਾਂ ਨੂੰ ਸੰਸਕਾਰ ਕਰਨ ਤੋਂ ਪਿੱਛੇ ਹਟ ਗਏ ਸੀ, ਪਰ ਕੇਸਰੀ ਸਲਾਮ ਹੈ ਸਾਡੇ ਯੋਧਿਆਂ ਨੂੰ, ਇਹਨਾਂ ਨੇ ਉਸ ਸਮੇਂ ਦੇ ਦੌਰਾਨ ਪੂਰੀ ਡਟ ਕੇ ਮਦਦ ਕੀਤੀ ਅਤੇ ਜਿੱਥੇ ਵੀ ਲੋੜ ਸੀ ਇੰਨੀ ਤੇਜ਼ੀ ਨਾਲ ਸਾਡਾ ਲੰਗਰ ਦੀ ਰਸਦ ਪਹੁੰਚਦੀ ਸੀ। ਜੇ ਕਿਸੇ ਨੇ ਸਾਨੂੰ ਪੇਜ ਬਣਾਇਆ ਹੋਇਆ ਢੇਸੀ ਵੀਰ ਉਹਨਾਂ ਨੇ, ਉਹ ਪੇਜ 'ਤੇ ਜਦੋਂ ਵੀ ਇਹ 15 ਮਿੰਟ ਦੇ ਅੰਦਰ ਅੰਦਰ ਮੈਸੇਜ ਆਉਣਾ, ਨਾਲ ਦੀ ਨਾਲ ਸੇਵਾਦਾਰਾਂ ਦੇ ਕੋਲ ਪਹੁੰਚ ਜਾਣਾ ਅਤੇ ਇੱਕ ਦੂਜੇ ਤੋਂ ਅੱਗੇ ਦੌੜ ਲੱਗੀ ਰਹਿੰਦੀ ਸੀ। ਮੈਂ ਪਹਿਲਾਂ ਸੇਵਾ ਕਰਕੇ ਆਉਣੀ ਆ, ਮੈਂ ਪਹਿਲਾਂ ਸੇਵਾ ਕਰਕੇ ਆਉਣੀ ਆ। ਕਿਸੇ ਸੰਸਥਾ ਦੇ ਇਹੋ ਜਿਹੇ, ਜੇ ਕਿਸੇ ਸੰਸਥਾ ਨੂੰ ਵਰਕਰ ਮਿਲ ਜਾਣ, ਸੇਵਾਦਾਰ ਮਿਲ ਜਾਣ, ਉਹ ਸੰਸਥਾ ਦੇ ਆਗੂਆਂ ਦਾ ਬਹੁਤ ਮਾਣ ਵੱਧ ਜਾਂਦਾ ਹੈ, ਸੰਸਥਾ ਦਾ ਬਹੁਤ ਮਾਣ ਵੱਧ ਜਾਂਦਾ ਹੈ ਅਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ। ਅਸੀਂ ਅੱਜ ਇਹਨਾਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਨ ਲਈ ਇਹਨਾਂ ਨੂੰ ਇੱਥੇ ਬੁਲਾਇਆ ਸੀ ਅਤੇ ਅਸੀਂ ਬੜੀ ਪਾਰਦਰਸ਼ਤਾ ਰੱਖਣੀ ਚਾਹੁੰਦੇ ਸੀ। ਅਸੀਂ ਸਾਰਾ ਇਹਨਾਂ ਨੂੰ ਦੱਸਿਆ ਕਿੰਨੀ ਗ੍ਰਾਂਟ ਆਈ ਹੈ। ਇੱਕ 79,000 ਦੀ ਗ੍ਰਾਂਟ ਆਈ ਹੈ, ਦੂਜੀ 9,000 ਸਮਥਿੰਗ, ਅਪਰੋਕਸੀਮੇਟਲੀ 1 ਲੱਖ ਤੋਂ $6 ਘੱਟ, ਆਪਾਂ $1,00,000 ਕਹਿ ਸਕਦੇ ਹਾਂ, ਸਾਡੀ ਸੰਸਥਾ ਨੂੰ ਗ੍ਰਾਂਟ ਇਹ ਗੌਰਮੈਂਟ ਨੇ ਦਿੱਤੀ ਹੈ। ਇਹਦੇ ਵਿੱਚ ਸਾਡੇ ਮੀਡੀਆ ਵਾਲੇ ਵੀਰਾਂ ਦਾ, ਸਾਡੇ ਸੇਵਾਦਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਯਕੀਨ ਦਿਵਾਉਂਦੇ ਹਾਂ ਜਿੱਦਾਂ ਪਹਿਲਾਂ ਸੇਵਾ ਚੱਲਦੀ ਰਹੀ ਹੈ, ਇਹ ਸੇਵਾ ਨਿਸ਼ਕਾਮ ਤਰੀਕੇ ਨਾਲ ਇੱਦਾਂ ਹੀ ਚੱਲਦੀ ਰਹੂਗੀ। ਜੇ ਕਿਸੇ ਨੂੰ ਵੀ ਮੇਰੇ ਵੀਰ ਭੈਣ ਨੂੰ, ਭਾਵੇਂ ਕੋਈ ਕਿਸੇ ਸੰਸਥਾ ਦਾ, ਕਿਸੇ ਮੀਡੀਆ ਦੁਆਰਾ ਅਸੀਂ ਬੇਨਤੀ ਕਰਦੇ ਹਾਂ, ਹਰ ਇੱਕ ਖਬਰ ਸਾਡੀ ਪਹੁੰਚਾ ਸਕਦਾ। ਕਿਸੇ ਨੂੰ ਵੀ ਲੋੜ ਹੈ, ਅੱਜ ਸਾਡੇ 2 ਫੋਨ ਨੰਬਰ ਨੇ। ਸਾਡੇ ਮੁੱਖ ਸੇਵਾਦਾਰ ਸਰਦਾਰ ਮਲਕੀਤ ਸਿੰਘ ਢੇਸੀ 7802365437। ਇੱਕ ਵਾਰ ਫੇਰ ਮਲਕੀਤ ਸਿੰਘ ਢੇਸੀ ਵੀਰ ਦਾ ਮੈਂ ਨੰਬਰ ਬੋਲਣ ਲੱਗਿਆ 780 236 5437। ਅਤੇ ਗੁਰਪ੍ਰੀਤ ਸਿੰਘ ਗਿੱਲ ਮੇਰੇ ਛੋਟੇ ਵੀਰ ਸਿੱਧੂ, ਗੁਰਪ੍ਰੀਤ ਸਿੰਘ ਸਿੱਧੂ, ਇਹਨਾਂ ਦਾ ਨੰਬਰ 587 984 3644, 587 984 3644। ਵੀਰ ਗੁਰਪ੍ਰੀਤ ਸਿੰਘ ਅਤੇ ਵੀਰ ਮਲਕੀਤ ਸਿੰਘ ਢੇਸੀ। ਅਤੇ ਜਿਹੜਾ ਸਾਡਾ ਪਹਿਲਾ ਪੇਜ ਚੱਲਦਾ ਉਹ ਉਸੇ ਤਰ੍ਹਾਂ ਚੱਲਦਾ। ਮੇਰੇ ਸਤਿਕਾਰਯੋਗ ਵੀਰ, ਤੁਹਾਨੂੰ ਉਹ ਪਿੱਛੇ ਸਾਡੇ ਪੋਸਟਰ ਲੱਗਿਆ ਸਾਡੀ ਸੰਸਥਾ ਦਾ, ਉਹਦੇ ਬੈਨਰ ਹੈ ਅਤੇ ਫੋਨ ਈਮੇਲ ਲਿਖੇ ਹੋਏ ਨੇ, ਉਹ ਵੀ ਤੁਸੀਂ ਪੜ੍ਹ ਸਕਦੇ ਹੋ। ਸਾਡੇ ਬੋਲਣ ਤੋਂ ਬਾਅਦ ਤੁਹਾਨੂੰ ਨੇੜੇ ਕਰਕੇ ਕੈਮਰੇ 'ਤੇ ਦਿਖਾਉਣਗੇ। ਅੰਤ ਵਿੱਚ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਕਿਸੇ ਦਾ ਨਾਂ ਨਾ ਲੈ ਕੇ ਆ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ। ਅੰਤ ਵਿੱਚ ਫੇਰ ਅਲਬਰਟਾ ਗੌਰਮੈਂਟ ਦਾ, ਰੈੱਡ ਕਰਾਸ ਦਾ, ਸਾਰੇ ਸਾਡੇ ਸੇਵਾਦਾਰਾਂ ਦਾ, ਮੀਡੀਆ ਵਾਲੇ ਵੀਰਾਂ ਦਾ ਅਤੇ ਸਭ ਤੋਂ ਵੱਧ ਵੀਰ ਮਲਕੀਤ ਸਿੰਘ ਢੇਸੀ, ਵੀਰ ਗੁਰਪ੍ਰੀਤ ਸਿੰਘ ਅਤੇ ਬਾਬਾ ਜੀ ਦਾ, ਅਤੇ ਸਭ ਤੋਂ ਵੱਧ ਇਹਨਾਂ ਤਿੰਨਾਂ ਤੋਂ ਵੀ ਵੱਧ ਸਾਡੀਆਂ ਸਤਿਕਾਰਯੋਗ ਭੈਣਾਂ ਦਾ, ਜਿਹੜਾ ਇਹਨਾਂ ਨੂੰ ਇੰਨਾ ਸਮਾਂ ਦਿੰਦੀਆਂ ਨੇ ਅਤੇ ਨਾਲ ਸਾਡੇ ਸੇਵਾ ਕਰਵਾਉਂਦੀਆਂ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ TV ਲਈ ਐਡਮਿੰਟਨ ਤੋਂ ਜੈਤੇਜ ਸਿੰਘ ਦੀ ਰਿਪੋਰਟ।